ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਗੁਰ ਤੇਗ ਬਹਾਦਰ ਆਸਰਾਫਾ ਅਫਜ਼ਾਲ ਜ਼ੀਨਤ ਆਰਾਏ ਮਹਿਫਿਲ ਜਾਹੋ ਜਲਾਲ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਸ਼ੋਭਾਇਮਾਨ ਹੋ ਬੜੇ ਸਹਿਜਤਾ ਦੇ ਨਾਲ ਇਸ ਪਾਕ ਜਗ੍ਹਾ ਦੇ ਵਜ਼ੀਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਨੇ ਆਪ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸਰਵਣ ਕਰਵਾਈ ਹੈ ਔਰ ਮਹਾਰਾਜ ਜੀ ਦੀ ਮਹਾਨ ਕੁਰਬਾਨੀ ਬਾਬਤ ਜਾਣੂ ਕਰਵਾਇਆ ਹੈ। ਚਾਹੇ ਉਹ ਗੁਰਾਂ ਦਾ ਆਗਾਜ਼ ਦਿਵਸ ਹੈ ਜੋ ਕੱਲ੍ਹ ਸਮੁੱਚੀ ਲੋਕਾਈ ਦੇ ਵਿੱਚ ਸ਼ਤਾਬਦੀ ਸਮਾਗਮਾਂ ਦੇ ਰੂਪ ਵਿੱਚ, ਚਾਹੇ ਉਹ ਸਿੱਖ ਨੇ, ਹਿੰਦੂ ਨੇ, ਮੁਸਲਮਾਨ ਨੇ, ਹੋਰਾਂ ਧਰਮਾਂ ਦੇ ਲੋਕ ਨੇ, ਉਹਨਾਂ ਮਨਾਉਣਾ ਕੀਤਾ ਹੈ। ਚਾਹੇ ਉਹ ਪਾਤਸ਼ਾਹ ਦੀ ਸ਼ਹਾਦਤ ਦਾ ਦਿਹਾੜਾ ਹੋਵੇ, ਉਹ ਵੀ ਸਮੁੱਚੀ ਲੋਕਾਈ ਮਨਾਉਂਦੀ ਹੈ। ਇਹ ਠੀਕ ਹੈ, ਅਗਰ ਗੁਰੂ ਪਾਤਸ਼ਾਹ ਦਾ ਆਗਾਜ਼ ਨਾ ਹੁੰਦਾ, ਸ਼ਹੀਦੀ ਨਾ ਹੁੰਦੀ, ਦੁਨੀਆ 'ਤੇ ਸਭ ਤੋਂ ਪੁਰਾਣਾ ਸਨਾਤਨ ਮਤ ਹਿੰਦੂ ਧਰਮ ਨਾ ਹੁੰਦਾ ਤੇ ਸਿੱਖ ਜਗਤ ਦਾ ਵੀ ਨਾਮੋ ਨਿਸ਼ਾਨ ਨਾ ਰਹਿੰਦਾ, ਕਿਉਂਕਿ ਔਰੰਗਜ਼ੇਬ ਇੱਕ ਇੱਦਾਂ ਦਾ ਬੇਕਾਬੂ ਦਰਿਆ ਸੀ ਜਿਸ ਨੂੰ ਠੱਲਣਾ ਕਿਸੇ ਦੇ ਵੱਸ ਵਿੱਚ ਨਹੀਂ ਸੀ। ਦਰਿਆ ਵਿੱਚ ਜਦੋਂ ਹੜ੍ਹ ਆਉਂਦਾ ਹੈ ਨਾ, ਚਾਹੇ ਕੁੱਲੀ ਹੈ ਤੇ ਚਾਹੇ ਮਹੱਲ ਹੈ, ਸਭ ਕੁਝ ਰੋੜ ਕੇ ਲੈ ਜਾਂਦਾ ਹੈ। ਉਹਨੇ ਸੁਭਾਅ ਬਣਾ ਲਿਆ ਸੀ ਵੀ ਦੁਨੀਆ ਦੇ ਉੱਤੇ ਜਿਤਨੇ ਵੀ ਮਤ ਨੇ ਸਭ ਦਾ ਖੁਰਾ ਖੋਜ ਮਿਟਾ ਦੇਵੇਗਾ। ਇਸਲਾਮ ਜਗਤ ਦਾ ਦੁਨੀਆ 'ਤੇ ਡੰਕਾ ਵੱਜੇਗਾ। ਇੰਨਾ ਪ੍ਰਚੰਡ ਪ੍ਰਚਾਰ ਕਰਾਂਗਾ ਇਸਲਾਮ ਦਾ ਕਿ ਲੋਕ ਮੈਨੂੰ ਖਲੀਫਾ ਆਖਣਗੇ। ਵਹਿਮ ਪਾ ਲਿਆ ਸੀ ਮਨ ਦੇ ਵਿੱਚ ਵੀ ਮੈਂ ਰਹਿਬਰ ਰਖਵਾਵਾਂਗਾ, ਪਰ ਪਰਮਾਤਮਾ ਦੀ ਇਸ ਅਗੰਮੀ ਦੁਨੀਆ ਨੂੰ, ਇਸ ਬਗੀਚੇ ਨੂੰ ਜਿਸਨੇ ਵੀ ਉਜਾੜਨ ਦਾ ਯਤਨ ਕੀਤਾ ਹੈ ਉਹ ਆਪ ਉਜੜ ਗਿਆ, ਮਿਟ ਗਿਆ, ਪਰ ਇਹ ਬਗੀਚਾ ਟਹਿਕਦਾ ਮਹਿਕਦਾ ਹੀ ਰਿਹਾ ਹੈ। ਇਹ ਸਾਰੇ ਧਰਮ ਇਸ ਬਗੀਚੇ ਦੇ ਫਲ ਤੇ ਫੁੱਲ ਨੇ, ਔਰ ਫਲ ਅਤੇ ਫੁੱਲਾਂ ਦਾ ਕਦੇ ਵੀ ਰੰਗ ਇੱਕ ਨਹੀਂ ਹੁੰਦਾ। ਇਹ ਸਾਰੇ ਧਰਮ ਉਸ 'ਤੇ ਪੈਦਾ ਕੀਤੇ ਨੇ, ਕੋਈ ਕਿਸੇ ਦਾ ਖੁਰਾ ਖੋਜ ਨਹੀਂ ਮਿਟਾ ਸਕਦਾ। ਉਹਦੀ ਦੁਨੀਆ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਸਭਨਾਂ ਵਿੱਚ ਖੁਦਾ ਦਾ ਇਉਂ ਸਮਝ ਲਓ ਵਸੇਬਾ ਸਮਝ ਕੇ ਪ੍ਰੇਮ ਕਰਨਾ ਹੀ ਪਰਮਾਤਮਾ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਮੈਂ ਇਹ ਵੀ ਸਮਝਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੋਵੇ ਜਾਂ ਸ਼ਹੀਦੀ ਦਿਹਾੜਾ ਹੋਵੇ,
ਇਹ ਜਿਹੜੀ UNO है ना, ਮਨੁੱਖੀ ਅਧਿਕਾਰਾਂ ਦੀ ਜਿਹੜੀ ਬਾਤ ਪਾਉਂਦੀ ਹੈ, ਉਹ ਜਿਹੜੀ ਸੰਸਥਾ ਹੈ, ਇਹ ਦਿਹਾੜਾ ਗਲੋਬਲ ਲੈਵਲ ਤੇ, ਵਰਲਡ ਲੈਵਲ ਦੇ ਉੱਤੇ ਹਿਊਮਨ ਰਾਈਟਸ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਧਰਮ ਲਈ ਨਹੀਂ, ਸਨਾਤਨ ਮਤ ਨੂੰ ਰੱਖਣ ਦੇ ਲਈ, ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹਾਂ ਨੂੰ ਰੱਖਣ ਲਈ ਕੁਰਬਾਨੀ ਕੀਤੀ ਹੈ, ਜਿਹੜੇ ਚਿੰਨ੍ਹ ਨੂੰ ਪਹਿਨਦੇ ਹੀ ਨਹੀਂ। ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਹੀ ਉਹਨਾਂ ਕਹਿ ਦਿੱਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਅਰਜਨ ਸਾਹਿਬ ਦੇ ਬੋਲ ਨੇ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਦਸਾਂ ਗੁਰੂਆਂ 'ਚ ਇੱਕੋ ਹੀ ਜੋਤ ਹੈ। ਗੁਰੂ ਨਾਨਕ ਕਹੇ, ਗੁਰੂ ਅਰਜਨ ਕਹੇ, ਗੁਰੂ ਗੋਬਿੰਦ ਕਹੇ, ਕੋਈ ਫਰਕ ਨਹੀਂ ਹੈ। ਪੰਜਵੇਂ ਜਾਮੇ 'ਚ ਉਹਨਾਂ ਬਾਣੀ ਰਾਹੀਂ ਕਿਹਾ ਸੀ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਅੱਲਾਹ ਰਾਮ ਕੇ ਪਿੰਡ ਪ੍ਰਾਨ, ਮੈਂ ਉਹਦਾ ਉਪਾਸ਼ਕ ਹਾਂ ਜਿਹੜਾ ਹਰ ਜ਼ਰੇ 'ਚ ਵੱਸਦਾ ਹੈ। ਸਿੱਖ ਖੁਦਾ ਨੂੰ, ਅਕਾਲ ਪੁਰਖ ਨੂੰ ਮੰਨਦੇ ਨੇ, ਨਾ ਗਾਇਤਰੀ ਪੜ੍ਹਦੇ ਨੇ, ਨਾ ਕਲਮਾ ਪੜ੍ਹਦੇ ਨੇ, ਜਪਜੀ ਪੜ੍ਹਦੇ ਨੇ, ਜਿਹਦੇ ਵਿੱਚ ਅਕਾਲ ਪੁਰਖ ਦੀ ਉਸਤਤ ਹੈ। ਸੋ ਜਿਹੜਾ ਜੰਝੂ ਪਾਇਆ ਹੀ ਨਹੀਂ, ਪਹਿਲੇ ਜਾਮੇ ਵਿੱਚ ਪੰਡਤ ਨੇ ਧੱਕੇ ਨਾ ਪਵਾਉਣਾ ਚਾਹਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਪਾਉਣਾ, ਸਿੱਖ ਧਰਮ ਦਾ ਆਗਾਜ਼ ਕਰਨ ਆਇਆ ਹਾਂ ਮੈਂ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਪਲਕੇ ਉਠ ਹਰ ਨਾਮ ਤੇ ਆਵੇ। ਇਹ ਸਾਡੀ ਡੈਫੀਨੇਸ਼ਨ ਹੈ ਸਿੱਖੀਜ਼ਮ ਦੀ, ਸਿੱਖ ਧਰਮ ਦੀ। 9ਵੇਂ ਜਾਮੇ ਵਿੱਚੋਂ ਜੰਝੂ ਦੇਖਦੇ ਨੇ ਔਰੰਗਜ਼ੇਬ ਧੱਕੇ ਨਾਲ ਲਾ ਰਿਹਾ ਹੈ। ਕਹਿੰਦੇ ਜੇ ਪਹਿਲੇ ਜਾਮੇ ਜੰਝੂ ਧੱਕੇ ਨਾਲ ਪੈਣ ਨਹੀਂ ਦਿੱਤਾ ਤੇ ਹੁਣ 9ਵੇਂ ਜਾਮੇ ਸਨਾਤਨ ਮਤ ਦੇ ਗਲੋਂ ਧੱਕੇ ਨਾਲ ਜੰਝੂ ਲੈਣ ਨਹੀਂ ਦੇਣਾ। ਸਿਰ ਦੇ ਕੇ ਚਾਂਦਨੀ ਚੌਂਕ ਸਨਾਤਨ ਧਰਮ ਨੂੰ ਡੁੱਬਣੋਂ ਬਚਾ ਲਿਆ। ਦੂਸਰੇ ਧਰਮ ਦੇ ਚਿੰਨ੍ਹਾਂ ਦੀ ਖਾਤਰ ਇਸ ਰਹਿਬਰ ਨੇ ਕੁਰਬਾਨੀ ਦੇ ਦਿੱਤੀ। ਸੋ ਇਹ ਹਿਊਮਨ ਰਾਈਟਸ ਦੇ ਤੌਰ ਤੇ ਸ਼ਹੀਦੀ ਅਤੇ ਆਗਾਜ਼ ਦਿਵਸ ਗੁਰੂ ਤੇਗ ਬਹਾਦਰ ਸਾਹਿਬ ਦਾ ਦੁਨੀਆ ਵਿੱਚ ਮਨਾਉਣਾ ਚਾਹੀਦਾ ਹੈ। ਔਰ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਹੀ ਐਸਾ ਸੀ, ਗੁਰੂ ਨਾਨਕ ਦੇ ਘਰ ਦਾ ਬਿਰਦ ਹੀ ਐਸਾ ਹੈ, ਜਿਹੜਾ ਸ਼ਰਨ ਆਉਂਦਾ ਹੈ ਉਹਨੂੰ ਰੱਖਦੇ ਨੇ ਗੁਰੂ ਤੇਗ ਬਹਾਦਰ। ਹਾਂ, ਸ਼ਾਰਾਫਾ ਅਫਜ਼ਾਲ ਜ਼ੀਨਤ ਅਰਾਏ ਮਹਿਫਿਲੇ ਜਾਹੋ ਜਾਲਾਲ, ਗੁਰੂ ਤੇਗ ਬਹਾਦਰ ਸਾਹਿਬ। ਸਰਾਪਾ ਦਾ ਭਾਵ ਹੁੰਦਾ ਸਿਰੋਪਾ, ਜੋ ਆਪਾਂ ਇਹ ਸਿਰੋਪਾ ਦਿੰਦੇ ਹਾਂ ਨਾ, ਇਹ ਫਾਰਸੀ ਦਾ ਲਫ਼ਜ਼ ਹੈ ਸਰਾਪਾ, ਉਹਦੇ ਤੋਂ ਸਿਰੋਪਾ ਉਹ ਬਣਿਆ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ। ਗੁਰੂ ਤੇਗ ਬਹਾਦਰ ਸਾਹਿਬ ਰੱਬੀ ਕਿਰਪਾ ਦੇ ਪੁੰਜ ਨੇ, ਖਜ਼ਾਨੇ ਨੇ, ਅਕਾਲ ਪੁਰਖ ਦਾ ਰੂਪ ਨੇ, ਜਿਹੜਾ ਉਹਨਾਂ ਦੇ ਦਰ ਤੇ ਆ ਜਾਂਦਾ ਹੈ, ਸ਼ਰਨ ਵਿੱਚ ਆ ਜਾਂਦਾ ਹੈ, ਉਹ ਸਭਾ ਨੂੰ ਸਜਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ, ਰੋਗ ਸੋਗ ਹਰ ਲੈਂਦੇ ਨੇ, ਦੌਲਤਾਂ ਸ਼ੋਹਰਤਾਂ ਬਖਸ਼ ਲੈਂਦੇ ਨੇ। ਜਿਵੇਂ ਕਿਰਪਾ ਰਾਮਦੱਤ ਅਤੇ ਹੋਰਾਂ ਬ੍ਰਾਹਮਣਾਂ ਦੀ, ਸਨਾਤਨ ਮਤ ਦੀ ਰੱਖਿਆ ਕੀਤੀ, ਉਹਨਾਂ ਤੇ ਕਿਰਪਾ ਕੀਤੀ। ਐਸਾ ਮੇਰੇ ਗੁਰਾਂ ਦਾ ਸੁਭਾਅ ਹੈ। ਸਤਿਗੁਰ ਦਾਤਾ ਮੁਕਤ ਕਰਾਏ, ਗੁਰੂ ਬੰਦੀ ਛੋੜ ਹੈ, ਬੰਧਨਾਂ ਤੋਂ ਨਿਜਾਤ ਦਿਵਾਉਣ ਵਾਲਾ ਹੈ, ਰੋਗ ਸੋਗ ਹਰਨ ਵਾਲਾ ਹੈ। ਜਨਮ ਮਰਨ ਕੀ ਤਰਾਸ ਮਟਾਈ, ਗੁਰਪੂਰੇ ਕੀ ਬੇਅੰਤ ਵਡਾਈ। ਜੰਮਣ ਤੇ ਮਰਨ ਮਿਟਾਉਂਦੇ ਨੇ, ਪ੍ਰਤੱਖ ਗੁਲਾਮੀ ਕੱਟਦੇ ਨੇ, ਬੰਧਨ ਕੱਟਦੇ ਨੇ। ਐਸੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼੍ਰੀ ਸੀਸਗੰਜ ਸਾਹਿਬ ਵਿਖੇ, ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਤਿੰਨਾਂ ਦੀ ਬਾਣੀ ਦਾ ਪ੍ਰਚਾਰ ਹੋਵੇ। ਇਹ ਵਿਸ਼ੇਸ਼ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤਾ ਗਿਆ ਸੀ। ਆਓ ਉਸੇ ਲੜੀ ਦੇ ਤਹਿਤ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਕ ਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮਾਰੂ ਮਹੱਲਾ ਨੌਵਾ। ਹਰ ਕੋ ਨਾਮ ਸਦਾ ਸੁਖਦਾਈ,
जा कौ सिमर अजामल उदरियो, गन का हुगत पाई। श्री गुरु ग्रंथ साहब जी के 1008 अंग उपर ये शब्द सुशोभित है। ये बाणी उचारन लगे गुरु तेग बहादुर साहब 9वें गुरु नानक पहला अपने इष्ट का अकाल पुरख का मंगल करते ने। एक ओंकार परमात्मा एक है, सबना का प्रकाशक है, करता है, परवरिश करता है, हरता है। सत गुर वो सत स्वरूप है, तिना कालों विच है, पास्ट प्रैजेंट ते फ्यूचर विच रहन वाला है। गुर दा भाव है अज्ञान खत्म करता है, ज्ञान बख्शदा है। प्रसाद वो कृपालू बड़ा है। दूसरा अर्थ है वो सतगुरां दी किरपा सदका प्राप्त हुंदा है, सतगुर प्रसाद। गुरु नानक साहब गुरु ग्रंथ साहब की किरपा नाल प्राप्त हुंदा है। राग मारू है। गुरु नानक साहब अकाल पुरख दा अगमी जामा ने, पहला जामा। जोत रूप हर आप गुरु नानक कहायो, ताते अंगद भयो तत् स्यों तत् मिलायो। जदों ये जोत दूसरे चोले विच टिकदी है, उस चोले का नाम गुरु अंगद है। चोले बदलते गए, हुण 9वां गुरु नानक, महला 9वां। महल कहंदे ने महल नूं जिथे वसीदा है। अकाल पुरख की अगमी जोत समुचियां अजमतां दे सहित हुण जिथे वसी है, उस महल का नाम गुरु तेग बहादुर है, 9वां महल। सो महाराज फुरमान करते ने, हर को नाम सदा सुखदाई। कहंदे जेड़ा हरि परमात्मा का नाम है सदा ही सुख देण वाला है। हर कहंदे ने हरियां भरियां करन वाले परमात्मा नूं। हरीव धातु तो बनिया, जो तुहाडे दुख रोग सोग गमियां हर लैंदा है, खुशियां देण वाला है। महाराज कहंदे है ओदा नाम जेड़ा है, हुण तुसीं आखोगे किहड़ा नाम जपीए, कोई खुदा कहिंदा, कोई राम कहिंदा, कोई अल्लाह, कोई वाहिगुरू कहिंदा। महाराज कहंदे कोई फर्क नहीं पैंदा। कोई बोला है राम राम, कोई खुदा है। खुदा आखो, राम आखो, वाहिगुरू आखो, सारे उहदे ही नाम ने। नाम असीं किहड़े रखे ने जो साडे ते कर्म करदा है। तुहाडे ते किरपा कीती, तुसीं उहदा नाम किरपालू पा लिया। तरस खा के झोली भर दित्ती उसने, तुहाडी दया कीती, दयालू नाम पा लिया। रहम कीता, रहीम नाम पा लिया। ये नाम ने सारे उहदे, उहदी वडियाई। कर्म नाम जाप साहब विच सब तो वध नाम गुरु गोबिंद सिंह पातशाह ने उस खुदा दे वरते ने। इतने नाम दुनिया के किसी धार्मिक ग्रंथ की किसी होर रचना विच ना मिलते ने, ना मिलणगे। हाँ कोई चीट कर लवे, दोहरा लवे, वखरा विशा है। सब तो वध के नाम गुरु गोबिंद सिंह पातशाह ने प्रगट किए। 100 नाम मुहम्मद जी ने प्रगट किया अकाल पुरख दा, खुदा दा। इसे करके ही इस्लाम जगत ने सब तो वड्डा रहबर समझिया 1.25 लाख पैगंबरां चों उन्हां नूं। तू हैरान रह जावेंगा, जाप साहब विच 100 नाम नहीं, कई 100 नाम कलगीधर ने उचारे ने। तू ये समझ भी फिर रहबरां चों सब तो वड्डा मरातबा किसदा है? खुद खुदा गुरु गोबिंद सिंह दा। हज़ारां नाम अकाल पुरख दे उचार गए जाप साहब विच, ते फिर भी दावा नहीं किया भी ये तेरे सारे नाम ने। ये नामां दा अंत है। कहंदे तव सर्ब नाम कथै कवन कर्म नाम वर्णत सुमत। तेरे सारे नाम परमात्मा कोई भी नहीं बयान कर सकता। जिन्नी कि तू कृपा कीती है मैं उन्ने नाम बयान कर दिते ने। सो गुरु गोबिंद सिंह साहिब सच्चे पातशाह ने बेअंत नाम उचारे। कोई भी कर्म नाम है उहदा जपो, पार उतारा होवेगा, सुखदाई। उहदा नाम जपिया तुहाडे जीवन विच सुख आउणगे। उहदा नाम सुखदायक है। अमृत नाम सदा निर्मलिया,
ਸੁਖਦਾਈ ਦੂਖ ਬਿਡਾਰਨ ਹਰੀਆ। ਕਹਿੰਦੇ ਜਿੰਨੇ ਵੀ ਤੁਹਾਡੇ ਦੁੱਖ ਨੇ ਉਹਨਾਂ ਨੂੰ ਬਿਡਾਰਨ ਦੂਰ ਕਰ ਦਵੇਗਾ, ਹਰ ਲਵੇਗਾ। ਨਾਮ ਦਾ ਐਸਾ ਪ੍ਰਤਾਪ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗਜ਼ਲ ਦੇ ਵਿੱਚ ਫਾਰਸੀ ਦੇ ਬੋਲ ਨੇ ਬਚਨ ਕਿਹਾ ਹੈ। ਕਹਿੰਦੇ ਚਾਹੁੰਦਾ ਹੈ ਸਾਰੇ ਹੀ ਗਮਾਂ ਤੋਂ ਛੁਟਕਾਰਾ ਮਿਲ ਜਾਵੇ, ਤੈਨੂੰ ਨਿਜਾਤ ਮਿਲ ਜਾਵੇ। ਤੇ ਬੰਦਾ ਚਾਹੁੰਦਾ ਹੀ ਹੈ ਨਾ। ਜਗਿਆਸੂ ਕਹਿੰਦਾ ਬਿਲਕੁਲ ਚਾਹੁੰਦੇ ਹਾਂ। ਕਹਿੰਦੇ ਫਿਰ ਅਕਾਲ ਪੁਰਖ ਦਾ ਨਾਮ ਜਪਿਆ ਕਰ। ਉਹ ਮਹਾਪੁਰਸ਼ ਕਹਿੰਦੇ ਨੇ ਯਾਦਿਓ ਕੁਨ, ਯਾਦਿਓ ਕੁਨ ਗੋਇਆ ਮੁਧਾਮ ਤਾਂ ਬਿਆਬੀ ਅਜ਼ ਗਮੇ ਆਲਮ ਫਿਰਾਗ। ਇਸ ਆਲਮ ਦੇ ਅੰਦਰ ਜਿੰਨੇ ਵੀ ਗਮ ਨੇ ਗੋਇਆ ਅਗਰ ਦੂਰ ਕਰਨੇ ਨੇ, ਪਰਾਂ ਸੁੱਟਣੇ ਨੇ, ਜੀਵਨ ਚੋਂ ਕੱਢਣੇ ਨੇ, ਤੇ ਉਸ ਦਾ ਸਿਮਰਨ ਕਰਿਆ ਕਰ। ਉਹਦਾ ਨਾਮ ਜਪਿਆ ਤੇਰੇ ਜੀਵਨ ਅੰਦਰੋਂ ਦੁਨੀਆ ਦੇ ਸਮੁੱਚੇ ਗਮਾਂ ਦਾ ਛੁਟਕਾਰਾ ਹੋ ਜਾਵੇਗਾ। ਗਮਾਂ ਦੀ ਪੰਡ ਨੂੰ ਨਾਮ ਦਾ ਕਿਣਕਾ ਇਉਂ ਖਤਮ ਕਰਦਾ ਹੈ ਜਿਵੇਂ ਘਾਹ ਦੀ ਪੰਡ ਨੂੰ ਕੋਈ ਅੱਗ ਦੀ ਚੰਗਿਆੜੀ ਖਤਮ ਕਰਦੀ ਹੈ। ਸੋ ਸਦਾ ਹੀ ਸੁਖ ਦੇਣ ਵਾਲਾ ਨਾਮ ਹੈ। ਪਤਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸੀਤ ਲੋਹੀ। ਪਾਪੀਆਂ ਨੂੰ ਪਵਿੱਤਰ ਕਰਦਾ ਹੈ ਨਾਮ। ਔਰ ਕਹਿੰਦੇ ਤੁਹਾਡੇ ਜੀਵਨ ਵਿੱਚ ਸੁਖ ਦੇਵੇਗਾ, ਜੀਵਨ ਨੂੰ ਮੈਲ ਤੋਂ ਰਹਿਤ ਕਰੇਗਾ, ਨਿਰਮਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਕਰੇਗਾ। ਔਰ ਨਾਲ ਕਹਿੰਦੇ ਸੀਤ ਲੋਹੀ। ਕਲਯੁਗ ਵਿੱਚ ਸਭ ਤੋਂ ਮੁਸ਼ਕਿਲ ਕੀ ਹੈ? ਬੰਦੇ ਨੂੰ ਡਿਪਰੈਸ਼ਨ ਹੈ, ਚਿੰਤਾ ਹੈ। ਕਹਿੰਦੇ ਇਸ ਚਿੰਤਾ ਦੀ, ਡਿਪਰੈਸ਼ਨ ਦੀ ਅੱਗ ਤੋਂ ਸ਼ਾਂਤ ਕਰ ਦੇਵੇਗਾ। ਸੀਤ ਲੋਹੀ, ਸੀਤਲ ਕਰ ਦੇਵੇਗਾ, ਸਹਿਜਤਾ ਬਖਸ਼ ਦੇਵੇਗਾ, ਜੀਵਨ ਨੂੰ ਠੰਡਿਆਂ ਕਰ ਦੇਵੇਗਾ ਉਹ। ਸੋ ਮਹਾਰਾਜ ਦੇ ਨਾਮ ਦਾ ਬੜਾ ਫਲ ਹੈ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਹੁਕਮ ਕਰਦੇ ਨੇ, ਜਾਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂਗਤ ਪਾਈ। ਮਹਾਰਾਜ ਕਹਿੰਦੇ ਉਹਦਾ ਨਾਮ ਜਿਹੜਾ ਹੈ, ਸਿਮਰਨ ਜਿਹੜਾ ਹੈ, ਭਜਨ ਜਿਹੜਾ ਹੈ, ਪਾਪੀਆਂ ਦਾ ਉਧਾਰ ਕਰਤਾ ਹੈ, ਮੁਕਤੀ ਦਾਤਾ ਹੈ। ਕਹਿੰਦੇ ਔਨ ਮੈਡੀਟੇਟਿੰਗ ਹਿਸ ਨੇਮ, ਜਿਹੜਾ ਉਹਦੇ ਨਾਮ ਦਾ ਚੌਂਕੜਾ ਲਾ ਕੇ ਬਹਿੰਦਾ ਹੈ। ਅਜਾਮਲ ਵਾਜ਼ ਸੇਵਡ, ਅਜਾਮਲ ਵਰਗੇ ਪਾਪੀ ਨਿਜਾਤ ਹਾਸਲ ਕਰ ਗਏ। ਗਨਕਾ ਜੋ ਵੇਸਵਾ ਨੂੰ ਕਿਹਾ ਜਾਂਦਾ ਹੈ, ਸ਼ੀ ਵਾਜ਼ ਐਮੈਂਸੀਪੇਟਡ, ਉਹ ਮੁਕਤ ਹੋ ਗਈ, ਉਹ ਨਿਜਾਤ ਹਾਸਲ ਕਰ ਗਈ। ਇਹਨਾਂ ਦੋਵਾਂ ਦਾ ਇੱਥੇ ਜ਼ਿਕਰ ਕਰਦੇ ਨੇ। ਸਿਮਰ ਦਾ ਭਾਵ ਹੈ ਸਿਮਰ ਕੇ, ਯਾਦ ਕਰਕੇ, ਸਮਰਨ ਕਰਕੇ, ਚੇਤੇ ਕਰਕੇ ਅਕਾਲ ਪੁਰਖ ਦੇ ਨਾਮ ਨੂੰ। ਮਹਾਰਾਜ ਕਹਿੰਦੇ ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈਜ ਰਖਾਈ ਹੈ। ਜਿਹੜਾ ਵੀ ਅਕਾਲ ਪੁਰਖ ਦੇ ਨਾਮ ਨੂੰ ਸਿਮਰਦਾ ਹੈ ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ। ਆਪਣੇ ਪਿਆਰਿਆਂ ਦੀ, ਨਾਮ ਸਿਮਰਨ ਵਾਲਿਆਂ ਦੀ ਉਹ ਪੈਜ ਰੱਖਦਾ ਹੈ, ਇੱਜ਼ਤ ਰੱਖਦਾ ਹੈ, ਪ੍ਰਤਿਸ਼ਠਾ ਵਧਾਉਂਦਾ ਹੈ। ਅਜਾਮਲ ਦਾ ਜ਼ਿਕਰ ਹੈ। ਕਨੌਜ ਦਾ ਇੱਕ ਬ੍ਰਾਹਮਣ ਹੋਇਆ ਹੈ ਜੋ ਦੁਰਾਚਾਰੀ ਹੋ ਨਿਬੜਿਆ ਸੀ, ਵੇਸਵਾ ਦਾ ਸੰਗੀ ਹੋ ਨਿਬੜਿਆ ਸੀ। ਆਪਣੇ ਮੁਰਸ਼ਦ ਨੂੰ ਛੱਡ ਦਿੱਤਾ, ਉਹਦੇ ਕਥਨ ਤੇ ਅਸਰ ਕਰਨਾ ਛੱਡ ਦਿੱਤਾ, ਵੇਸਵਾ ਦੀਆਂ ਰੰਗੀਨੀਆਂ ਵਿੱਚ ਗਲਤਾਨ ਹੋ ਗਿਆ। ਇਹ ਜਿਹੜਾ ਅਜਾਮਲ ਹੋਇਆ ਹੈ ਇਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਗਤ ਮਾਲਾ ਵਿੱਚ ਵੀ ਜ਼ਿਕਰ ਹੈ, ਸਨਾਤਨ ਮਤ ਦੇ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ। ਅਕਾਲ ਪੁਰਖ ਦਾ ਨਾਮ ਧਿਆ ਕੇ ਇਹਦਾ ਉਧਾਰ ਹੋਇਆ ਸੀ। ਜਿਹੜਾ ਉਧਾਰ ਲਫ਼ਜ਼ ਹੈ ਨਾ, ਉਧਰਨ,
ਭਾਵ ਮੁਕਤੀ ਹਾਸਲ ਕਰ ਜਾਣੀ, ਰੋਗਾਂ ਸੋਗਾਂ ਤੋਂ ਮੁਕਤ ਹੋਣਾ, 84 ਲੱਖ ਤੋਂ ਮੋਕਸ਼ ਪ੍ਰਾਪਤ ਕਰ ਲੈਣਾ। ਬਾਣੀ ਚਾਹੁੰਦਾ ਹੈ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ। ਆਪਣੇ ਗੁਰੂ ਨੂੰ ਛੱਡ ਕੇ, ਘਰ-ਬਾਰ ਛੱਡ ਕੇ, ਉਹਦੇ ਉਪਦੇਸ਼ ਨੂੰ ਛੱਡ ਕੇ, ਕਲਾ ਵਤਨੀ ਕਹਿੰਦੇ ਨੇ ਵੇਸਵਾ, ਬਹੁਤਿਆਂ ਦਾ ਸੰਗ ਕਰਨ ਵਾਲੀ, ਨੱਚਣ ਵਾਲੀ, ਕਹਿੰਦੇ ਉਹਦੇ ਕੋਲ ਜਾ ਕੇ ਰਹਿ ਪੈਂਦਾ ਹੈ। ਜੋ ਸੁਹਾਗਣ ਨਹੀਂ ਹੈ, ਜਿਹਦਾ ਖਸਮ ਕੋਈ ਨਹੀਂ ਹੈ, ਰੋਜ਼ ਖਸਮ ਬਦਲਦੀ ਹੈ, ਜੋ ਉਹਦਾ ਸੰਗੀ ਹੋਇਆ। ਕਿਵੇਂ ਹੋਇਆ? ਕਹਿੰਦੇ ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੈ ਦੁਰਮਤ ਦਹਿਆ। ਗੁਰੂ ਵੱਲੋਂ ਬੇਮੁਖ ਹੋ ਗਿਆ। ਗੁਰੂ ਰੋਕਦੇ ਸੀ ਵਿਕਾਰਾਂ ਤੋਂ ਬਚਣ ਲਈ, ਇਹ ਉਲਟ ਚੱਲ ਪਿਆ। ਦੂਰ ਜਾਣ ਵਾਲੀ ਮੱਤ ਦੇ ਵਿੱਚ ਦਹਿਆ, ਸੜ ਗਿਆ, ਖੋਟੀ ਮੱਤ ਦੇ ਵਿੱਚ ਜਕੜੇ ਆ ਗਿਆ। ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਪੈ ਜਾਂਦੇ ਨੇ, ਗੁਰੂ ਦੀ ਮੱਤ ਛੱਡ ਦਿੰਦੇ ਨੇ, ਬਿਰਥਾ ਜਨਮ ਗਵਾਇਆ ਨ ਭਵਜਲ ਅੰਦਰ ਫਿਰਦਾ ਵਹਿਆ। ਉਹਨਾਂ ਦੀ ਸਜ਼ਾ ਇਹ ਹੈ ਵੀ ਜਿੱਥੇ ਜਿੱਥੇ ਉਹਨਾਂ ਦਾ ਲਗਾਵ ਹੁੰਦਾ ਹੈ, ਉਹਨਾਂ ਨੂੰ ਜੂਨ ਵੀ ਉੱਥੇ ਕਿਧਰੇ ਹੀ ਮਿਲ ਜਾਂਦੀ ਹੈ। ਸੰਸਾਰ ਨਾਲ ਲਗਾਵ ਹੈ ਤੇ ਸੰਸਾਰ ਤੇ ਹੀ ਜੂਨ ਮਿਲੇਗੀ 84 ਲੱਖ ਚੋਂ ਕੋਈ ਇੱਕ। ਨਿਰੰਕਾਰ ਨਾਲ ਲਗਾਵ ਹੁੰਦਾ ਤੇ ਮਰਨ ਤੋਂ ਉਪਰੰਤ ਸੱਚਖੰਡ ਚਲਿਆ ਜਾਂਦਾ। ਜੈਸੀ ਇੱਛਾ ਹੈ ਵੈਸਾ ਹੀ ਪਰਮਾਤਮਾ ਇਹਨੂੰ ਫਲ ਦੇ ਦਿੰਦਾ। ਇੱਛਾ ਹੀ ਇਹ ਸੀ, ਉਹ ਘਰ ਛੱਡਣਾ ਪੈ ਰਿਹਾ ਹੈ, ਮਹਿਲ ਛੱਡਣੇ ਪੈ ਰਹੇ ਨੇ। ਉਹ ਕਹਿੰਦਾ ਜਦ ਤੂੰ ਮਰਨ ਲੱਗਾ ਇਹਨਾਂ ਮਹਿਲਾਂ 'ਚ ਹੀ ਭੂਤ ਭਾਤ ਬਣ ਕੇ ਚੰਬੜ ਜਾ। ਬੱਚਿਆਂ ਦਾ ਮੋਹ, ਮਹਾਰਾਜ ਕਹਿੰਦੇ ਸੂਰ ਬਣ ਜਾਂਦਾ, ਨਿਆਣੇ ਹੀ ਚੱਟੀ ਜਾ। ਹੁਣ ਸ਼ੂਕਰ ਬਣ ਜਾਂਦਾ ਹੈ। ਮਹਾਰਾਜ ਨੇ ਬੇਅੰਤ ਜੂਨਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਮਹਾਰਾਜ ਕਹਿੰਦੇ ਇਹ ਵਾਰ-ਵਾਰ ਉਹਨਾਂ ਜੂਨਾਂ ਵਿੱਚ ਪੈਂਦਾ ਹੈ। ਇਉਂ ਮਹਾਰਾਜ ਨੇ ਕਈ ਜਗ੍ਹਾ ਸਾਨੂੰ ਸਮਝਾਉਣਾ ਕੀਤਾ। ਭਾਈ ਗੁਰਦਾਸ ਵੀ ਇਹੀ ਕਹਿੰਦੇ ਨੇ। ਕਹਿੰਦੇ ਠੀਕ ਹੈ, ਭਵਜਲ 'ਚ ਹੀ ਫਿਰਦਾ ਰਹੇਗਾ। ਜਦੋਂ ਸੰਸਾਰ ਦਾ ਮੋਹ ਹੈ, ਭਵਜਲ ਦਾ ਮੋਹ ਹੈ, ਤੇ ਇੱਥੇ ਹੀ ਰਹੇਗਾ ਫਿਰ। ਹੁਣ ਕਹਿੰਦੇ ਉਹਦੇ ਘਰ ਕਾਕੇ ਜੰਮ ਪਏ, ਵੇਸਵਾ ਦਾ ਸੰਗ ਕੀਤਿਆਂ ਛੇ ਪੁੱਤ ਜਾਏ ਵੇਸੂਆ, ਪਾਪਾਂ ਦੇ ਫਲ ਇੱਛੇ ਲਿਆ। ਘਰ ਵਿੱਚ ਬੱਚੇ ਪੈਦਾ ਹੋਏ। ਇਉਂ ਜ਼ਿਕਰ ਕੀਤਾ ਹੈ ਵੀ 6 ਕਾਕੇ ਉਹਦੇ ਘਰ ਪੈਦਾ ਹੋਏ। ਤੇ ਜਦੋਂ 7ਵਾਂ ਪੈਦਾ ਹੋਇਆ ਨਾ ਪੁੱਤ ਉਪੰਨਾ 7ਵਾਂ ਨਾਉ ਧਰਨ ਨੂੰ ਚਿੱਤ ਉਮਹਿਆ। 7ਵਾਂ ਕਾਕਾ ਜੰਮਿਆ ਤੇ ਚਾਅ ਪੈਦਾ ਹੋਇਆ ਵੀ ਇਹਦਾ ਨਾਮ ਰੱਖਾਂ ਮੈਂ। ਨਾਮ ਰੱਖਣਾ ਚਾਹੁੰਦਾ ਹੈ। ਯਾਦ ਆਈ ਗੁਰੂ ਦੀ ਤੇ ਗੁਰੂ ਦੇ ਦਰ ਤੇ ਜਾ ਕੇ ਬੇਨਤੀ ਕੀਤੀ ਜੀ ਇਹਦਾ ਨਾਮ ਕੀ ਰੱਖਾਂ। ਤੇ ਗੁਰੂ ਦਾ ਸੁਭਾਅ ਮਾਂ ਵਰਗਾ ਹੈ। ਕਾਕਾ ਭੁੱਲ ਵੀ ਜਾਵੇ ਮੁੜ ਆਵੇ ਤੇ ਛਾਤੀ ਨਾਲ ਲਾ ਲੈਂਦਾ ਹੈ। ਮਹਾਰਾਜ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੇ ਭੌਰੇ ਕਹਿੰਦੇ ਨੇ, ਗੁਰੂ ਦੁਆਰੇ ਜਾਏ ਕਹਿ ਗੁਰਮੁਖ ਨਾਉ ਨਾਰਾਇਣ ਕਹਿਆ। ਆਗਿਆ ਮੰਗੀ ਜੀ ਨਾਮ ਕੀ ਰੱਖਾਂ? ਕਹਿੰਦੇ ਨਾਰਾਇਣ ਰੱਖ ਦੇ। ਇਹ ਆਪਾਂ ਨੂੰ ਵੀ ਸਮਝ ਹੈ ਵੀ ਭਾਵੇਂ 5-7 ਨਿਆਣੇ ਹੋਣ ਮਾਤਾ ਪਿਤਾ ਦੇ, ਛੋਟੇ ਨਾਲ ਮੋਹ ਬਹੁਤਾ ਹੁੰਦਾ ਹੈ। ਉਹ ਨਾਰਾਇਣ ਨਾਮ ਰੱਖਿਆ ਤੇ ਨਾਰਾਇਣ ਨਾਰਾਇਣ ਹੀ ਕਰਦੇ ਰਹਿਣਾ। ਨਾਰਾਇਣ ਇਹ ਕਰਦੇ, ਨਾਰਾਇਣ ਉਹ ਕਰਦੇ। ਨਾਰਾਇਣ ਲਫ਼ਜ਼ ਵਾਰ-ਵਾਰ ਮੂੰਹੋਂ ਕਹਿਣ ਲੱਗ ਪਿਆ ਬੱਚੇ ਦੇ ਮੋਹ ਵਿੱਚ। ਕਹਿੰਦੇ ਅਵਧ ਮੁੱਕਣ ਲੱਗੀ, ਹੱਦਬੰਦੀ ਮੁੱਕਣ ਲੱਗੀ, ਉਮਰ ਦੀ ਜਮ ਆ ਗਏ ਲੈਣ। ਪਾਪ ਕਮਾਇਆ ਸੀ ਸਾਰੀ ਉਮਰ, ਵੇਸਵਾ ਦਾ ਸੰਗੀ ਸੀ। ਕਹਿੰਦੇ ਜਦੋਂ ਜਮ ਆਏ ਨਾ, ਮੌਤ ਆਈ। ਇੱਕ ਗੱਲ ਦਾ ਖਿਆਲ ਰੱਖਿਓ, ਜਿਸ ਦੀ ਮੌਤ ਆਉਂਦੀ ਹੈ ਉਸ ਨੂੰ ਗਿਆਨ ਹੋ ਜਾਂਦਾ ਹੈ। ਤੁਸੀਂ ਵੇਖੋਗੇ ਕੋਈ ਬਜ਼ੁਰਗ ਮੰਜੇ ਤੇ ਪਿਆ ਹੈ, ਮੌਤ ਸਿਰ ਤੇ ਬੈਠੀ ਹੈ, ਸੱਜਣ ਮਿੱਤਰ ਰਿਸ਼ਤੇਦਾਰ ਇਰਦ ਗਿਰਦ ਹੁੰਦੇ ਨੇ, ਹੱਥ ਹੁਲਾਰਦਾ ਹੈ, ਡੇਲੇ ਕੱਢਦਾ ਹੈ, ਕਿਉਂਕਿ ਮੌਤ ਦਿਖਦੀ ਹੈ। ਮੇਰੀ ਕੋਈ ਇਹਨਾਂ ਪਾਸੋਂ ਰੱਖਿਆ ਕਰ ਲਵੇ। ਕੌਣ ਰੱਖ ਸਕਦਾ ਹੈ ਇੱਥੇ? ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ।
ਧੀਰ ਤੈਨੂੰ ਧੀਰਜ ਤੇ ਮੈਂ ਤਾਂ ਦੇਵਾਂ ਵੀ ਜੇ ਮੈਂ ਰਹਿਣਾ ਹੋਵੇ ਤੇ। ਮੌਤ ਦਿਖਦੀ ਹੈ ਔਰ ਢੇਲੇ ਕਿਉਂ ਟੱਟਦਾ ਹੈ, ਗੰਦਗੀ ਕਿਉਂ ਸਰੀਰ ਚੋਂ ਨਿਕਲਦੀ ਹੈ। ਕਹਿੰਦੇ ਅੰਦਰ ਭੰਨ ਤੋੜ ਬੜੀ ਹੋ ਰਹੀ ਹੈ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਹੱਡ ਭੰਨੇ ਜਾਂਦੇ ਨੇ। ਇੰਨਾ ਲੰਮਾ ਸਮਾਂ ਇਹ ਜਿਹੜੀ ਰੂਹ ਹੈ ਸਰੀਰ ਵਿੱਚ ਰਹੀ ਹੈ, ਮੋਹ ਤੇ ਬਣੀ ਜਾਂਦਾ ਹੈ। ਰੂਹ ਸਰੀਰ ਨਹੀਂ ਛੱਡਣਾ ਚਾਹੁੰਦੀ, ਜਮ ਖਿੱਚਦੇ ਨੇ, ਭੰਨ ਤੋੜ ਹੁੰਦੀ ਹੈ, ਫਿਰ ਗੰਦਗੀ ਨਿਕਲਦੀ ਹੈ ਸਰੀਰ ਚੋਂ, ਲਹੂ ਨਿਕਲਦਾ ਹੈ ਨਾਸਾਂ ਚੋਂ। ਕਹਿੰਦੇ ਭੰਨ ਤੋੜ ਹੋਈ ਅੰਦਰ, ਇਸੇ ਕਰਕੇ ਹਾਲਾਤ ਤੇਰੇ ਐਸੇ ਬਣੇ ਨੇ। ਜਦੋਂ ਮੌਤ ਆਈ ਨਾ ਸਿਰ ਤੇ ਅਜਾ ਮਲ ਦੇ, ਤੇ ਡਰਦੇ ਮਾਰੇ ਨਾਰਾਇਣ ਨਿਕਲਿਆ ਮੂੰਹੋਂ। ਬੱਚੇ ਦਾ ਮੋਹ ਜਾਗਿਆ, ਯਾਦ ਆ ਗਈ ਕਾਕੇ ਦੀ ਵੀ ਨਾਰਾਇਣ ਦੌੜ ਕੇ ਆਵੇ। ਉਹ ਸੱਚੇ ਮਨੋਂ ਪਛਤਾਪ ਕਰਦਿਆਂ ਨਾਰਾਇਣ ਜਦੋਂ ਕਿਹਾ, ਮੋਹ ਵਿੱਚ ਕਾਕੇ ਨੂੰ ਸੱਦਿਆ, ਉਸ ਨਾਰਾਇਣ ਨਾਲ ਖੁਦਾ ਦੇ ਨਾਲ ਬਿਰਤੀ ਜੁੜ ਗਈ। ਉਹਦੇ ਦਰ ਤੇ ਫਿਰ ਦੀਨ ਹੋਇਆਂ ਤਰਲਾ ਹੀ ਪ੍ਰਵਾਨ ਹੁੰਦਾ ਹੈ। ਕਹਿੰਦੇ ਗਲੂਏ ਚੋਂ ਨਾਰਾਇਣ ਹੀ ਕਿਹਾ ਇੱਕ ਵਾਰ, ਅੰਤ ਕਾਲ ਜਮਦੂਤ ਵੇਖ, ਪੁੱਤ ਨਾਰਾਇਣ ਬੋਲੇ ਸ਼ਹਿਆ। ਡਰੇ ਹੋਏ ਨੇ ਨਾਰਾਇਣ ਆਖਿਆ, ਜਮਗਣ ਮਾਰੇ ਹਰ ਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ। ਅਕਾਲ ਪੁਰਖ ਨੇ ਕਿਰਪਾ ਕੀਤੀ, ਜਮਾਂ ਪਾਸੋਂ ਬਚਾ ਲਿਆ। ਜਿਨ੍ਹੇ ਨਰਕਾਂ ਨੂੰ ਜਾਣਾ ਸੀ, ਇੱਕ ਵਾਰ ਨਾਮ ਲੈਣ ਦਾ ਫਲ ਇਹ ਹੋਇਆ, ਸੁਰਗਾਂ ਨੂੰ ਚਲਿਆ ਗਿਆ। ਤੁਸੀਂ ਵੇਖੋ, ਮੰਨ ਲਓ ਵੀ ਕੋਈ ਕਰਮ ਐਸਾ ਹੋ ਜਾਂਦਾ ਹੈ ਤੇ ਤੁਹਾਨੂੰ ਨਾਕੇ ਤੇ ਪੁਲਿਸ ਡੱਕ ਲੈਂਦੀ ਹੈ, ਚੰਗੇ ਲੀਡਰ ਦਾ ਕਾਰਡ ਵਿਖਾ ਦਿਓ ਤੇ ਉਹ ਕਹਿੰਦੇ ਜਾ ਭਰਾਵਾ ਗਲੋਂ ਲੈ। ਰੱਬ ਦੇ ਨਾਮ ਦੀ ਬਰਕਤ ਹੈ, ਇਸ ਗੱਲ ਦਾ ਖਿਆਲ ਰੱਖੀ, ਹਰ ਮੁਸ਼ਕਲ ਚੋਂ ਹੀ ਕੱਢ ਲੈਂਦਾ ਹੈ ਤੈਨੂੰ। ਉਹਦੇ ਨਾਮ ਦੀ ਬਰਕਤ ਐਸੀ ਹੈ। ਭਾਈ ਗੁਰਦਾਸ ਕਹਿੰਦੇ, ਨਾਏ ਲਏ ਦੁੱਖ ਡੇਰਾ ਢਹਿਆ। ਦੁੱਖ ਪਾਉਣੇ ਸੀ ਨਰਕਾਂ ਵਿੱਚ, ਜੂਨਾਂ ਵਿੱਚ ਆਉਣਾ ਸੀ, ਪਰ ਨਾਮ ਲੈਣ ਕਰਕੇ ਉਹ ਜਿਹੜਾ ਅਜਾਮਲ ਸੀ ਉਹਦਾ ਉਧਾਰ ਹੋ ਗਿਆ। ਸੋ ਮਨ ਕਰਕੇ ਇੱਕ ਵਾਰ ਵੀ ਉਹਦੇ ਨਾਮ ਨੂੰ ਲੈਂਦਿਆਂ ਸੁਰਤ ਉਹਦੇ ਵਿੱਚ ਜੁੜ ਗਈ। ਜਿੱਦਾਂ ਤੇਰੀ ਸੁਰਤ ਪੈਸੇ ਨਾਲ ਜੁੜੀ ਹੈ, ਕਾਰੋਬਾਰ ਨਾਲ ਜੁੜੀ ਹੈ, ਗੈਰਾਂ ਦੇ ਰੂਪ ਨਾਲ ਜੁੜੀ ਹੈ, ਤਖਤੋ ਤਾਜ ਨਾਲ ਜੁੜੀ ਹੈ, ਇੱਦਾਂ ਕਿਤੇ ਨਾਮ ਨਾਲ ਜੁੜ ਗਈ ਤੇ ਕਹਿੰਦੇ ਇੱਕ ਵਾਰ ਕਿਹਾ ਹੀ ਤੈਨੂੰ ਨਜ਼ਾਤ ਦਵਾ ਦੇਵੇਗਾ। ਗੁਰੂ ਅਰਜਨ ਸਾਹਿਬ ਨੇ ਨਾ ਆਪਣੀ ਪਾਕ ਬਾਣੀ ਵਿੱਚ ਇਹੀ ਕਿਹਾ ਹੈ, ਕਹਿੰਦੇ ਅਜਾ ਮਲ ਉਧਰਿਆ ਕਹਿ ਏਕ ਬਾਰ। ਇੱਕ ਵਾਰ ਕਿਹਾ ਹੀ ਉਧਾਰ ਹੋ ਗਿਆ ਅਜਾ ਮਲ ਦਾ। ਇਹ ਨਾ ਸਮਝੀ ਹੁਣ ਵੀ ਜਵਾਨੀ ਰੰਗੀਨੀ 'ਚ ਕੱਢਣੀ ਹੈ, ਜਦੋਂ ਮੌਤ ਆਈ ਬੁੱਢੇ ਹੋਇਆ ਇੱਕ ਵਾਰ ਕਹਿ ਲਵਾਂਗੇ ਮੁਕਤ ਹੋ ਜਾਵਾਂਗੇ। ਜਾਣ ਕੇ ਕਰਮ ਕਰੇਗਾ ਉਹ ਪ੍ਰਵਾਨ ਨਹੀਂ ਹੈ। ਤੇ ਫਿਰ ਇਹ ਵੀ ਗਰੰਟੀ ਨਹੀਂ ਨਾ ਜਦੋਂ ਮੌਤ ਆਈ ਤੇ ਉਹ ਇੱਕ ਵਾਰ ਕਿਹਾ ਤੇਰਾ ਪ੍ਰਵਾਨ ਹੋ ਜਾਵੇ। ਕੀ ਪਤਾ ਤੇਰਾ ਧਿਆਨ ਹੀ ਨਾ ਹੋਵੇ, ਉੱਤੋਂ ਉੱਤੋਂ ਹੀ ਕਵੇਂ ਤੂੰ, ਵਿੱਚੋਂ ਤੈਨੂੰ ਪਕੜ ਹੋਵੇ ਵੀ ਘਰ ਵਿੱਚ ਹੀ ਰਵਾਂ, ਮਹਿਲਾਂ ਵਿੱਚ ਹੀ ਰਵਾਂ, ਬੱਚਿਆਂ ਵਿੱਚ ਹੀ ਰਵਾਂ। ਗੱਲ ਸੁਰਤ ਜੁੜੀ ਦੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸੁਰਤ ਜੁੜੀ ਸੀ, ਉਦੋਂ ਇੱਕ ਵਾਰ ਨਾਰਾਇਣ ਕਹਿਣ ਤੇ ਹੀ ਨਜ਼ਾਤ ਮਿਲ ਗਈ। ਹੀ ਵਾਜ਼ ਸੇਵਡ, ਅਜਾਮਲ ਦਾ ਬਚਾਅ ਹੋਇਆ ਸੀ। ਸੋ ਦੀਨ ਦੁਨੀਆ ਦੇ ਮਾਲਕ ਨੇ ਇਹੀ ਸਮਝਾਇਆ ਹੈ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ। ਕਾਕੇ ਨਾਲ ਪ੍ਰੀਤੀ ਕੀਤੀ, ਜਿਸ ਕਰਕੇ ਨਾਰਾਇਣ ਨਾਰਾਇਣ ਕਹਿੰਦਾ ਸੀ। ਕਰ ਨਾਰਾਇਣ ਬੋਲਾਰੇ ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ। ਜਮਾਂ ਦਾ ਫਾਹਾ ਕੱਟ ਦਿੱਤਾ। ਨਾਮ ਦਾ ਐਸਾ ਸੁੱਖ ਹੈ, ਮਹਾਰਾਜ ਕਹਿੰਦੇ ਹਰ ਦੁੱਖ ਤੋਂ ਛੁਟਕਾਰਾ ਦਵਾ ਦਿੰਦਾ ਹੈ। ਅੱਗੇ ਉਦਾਹਰਣ ਹੈ ਗਣਕਾ ਦੀ। ਜਿਹੜਾ ਗਣ ਹੈ ਨਾ, ਗਣ ਇਹਦਾ ਮਤਲਬ ਹੁੰਦਾ ਬਹੁਤ, ਤੇ ਇੱਥੇ ਗਣਕਾ ਤੋਂ ਭਾਵ ਹੈ ਬਹੁਤਿਆਂ ਦੀ ਇਸਤਰੀ, ਜੋ ਸੁਹਾਗਣ ਨਹੀਂ ਹੈ, ਇੱਕ ਦੀ ਨਹੀਂ ਹੈ, ਵੇਸਵਾ ਜੋ ਤਨ ਨੂੰ ਵੇਚਦੀ ਹੈ, ਕੰਚਨੀ ਗਨਕਾ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਗਨਕਾ ਆਪਣਾ ਉਧਾਰ ਕਰਵਾ ਲੈਂਦੀ ਹੈ ਨਾਮ ਜਪ ਕੇ। ਦੋਵਾਂ ਗਨਕਾਂ ਦਾ ਜ਼ਿਕਰ ਆਇਆ ਹੈ ਬਾਣੀ ਦੇ ਵਿੱਚ। ਗਨਕਾ ਕੋਈ ਨਾਮ ਨਹੀਂ ਹੈ, ਗਨਕਾ ਵੇਸਵਾ ਨੂੰ ਕਹਿੰਦੇ ਨੇ, ਬਹੁਤਿਆਂ ਗਣਾਂ ਵਾਲੀ, ਬਹੁਤਿਆਂ ਖਸਮਾਂ ਵਾਲੀ। ਮਹਾਰਾਜ ਪਾਤਸ਼ਾਹ
ਕਹਿੰਦੇ ਪਰਮੇਸ਼ਵਰ ਇੱਕ ਹੈ, ਸਭਨਾਂ ਦਾ ਖਸਮ ਹੈ। ਇਸੇ ਤਰ੍ਹਾਂ ਹੀ ਗ੍ਰਸਤ ਦਾ ਸਿਧਾਂਤ ਹੈ, ਤੇਰਾ ਖਸਮ ਇੱਕ ਚਾਹੀਦਾ, ਬਹੁਤਿਆਂ ਵਾਲੀ ਨਰਕੀ ਜਾਂਦੀ ਹੈ। ਸੋ ਇੱਥੇ ਇੱਕ ਗਣਕਾ ਦਾ ਪ੍ਰਸੰਗ ਆਉਂਦਾ ਹੈ ਜਿਹਦਾ ਨਾਮ ਸੀ ਪਿੰਗਲਾ ਬਾਣੀ ਵਿੱਚ। ਇਹ ਰਾਜਾ ਜਨਕ ਦੀ ਪੁਰੀ ਵਿੱਚ ਰਹਿੰਦੀ ਸੀ। ਇੱਕ ਰਾਤ ਦੇਵਨੇਤ ਐਸੀ ਹੋਈ ਵੀ ਕੋਈ ਕਾਮੀ ਪੁਰਖ ਨਾ ਮਿਲਿਆ ਇਹਨੂੰ ਪੈਸੇ ਦੇ ਕੇ ਦਾ ਸੰਗ ਕਰਨ ਵਾਲਾ। ਸਾਰੀ ਰਾਤ ਉਡੀਕਦੀ ਰਹੀ। ਹੁਣ ਰਾਤ ਉਡੀਕਦਿਆਂ ਉਡੀਕਦਿਆਂ ਮਨ ਵਿੱਚ ਇੱਕ ਚੋਟ ਲੱਗੀ ਵੀ ਜੇ ਇੰਨੀ ਲਗਨ ਪਰਮਾਤਮਾ ਦੇ ਨਾਮ ਦੀ ਮੇਰੇ ਅੰਦਰ ਹੋਵੇ, ਇੰਨਾ ਪਛਤਾਪ ਉਹਦੇ ਲਈ ਕਰਾਂ ਵੀ ਮੈਨੂੰ ਦਿਦਾਰੇ ਦਵੇ, ਮੇਰਾ ਜੀਵਨ ਨਾ ਸਫਲਾ ਹੋ ਜਾਂਦਾ। ਇਹ ਖਿਆਲ ਉਪਜਿਆ। ਇਸ ਚੰਗੇ ਖਿਆਲ ਨੇ ਵਿਕਾਰਾਂ ਨੂੰ ਜੀਵਨ ਚੋਂ ਕੱਢ ਦਿੱਤਾ। ਅਕਾਲ ਪੁਰਖ ਦੀ ਜੋਦੜੀ ਕਰਦੀ ਹੈ, ਨਾਮ ਪ੍ਰਾਪਤ ਹੁੰਦਾ ਹੈ। ਔਰ ਕਹਿੰਦੇ ਸਾਰਾ ਜੀਵਨ ਹੀ ਨਾਮ ਵਿੱਚ ਲਾ ਕੇ ਨਿਜਾਤ ਹਾਸਲ ਕਰ ਗਈ ਸੀ। ਇਹਦੇ ਬਾਰੇ ਬਾਣੀ ਚਾਹੁੰਦਾ ਹੈ, ਅਜਾ ਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ। ਚਾਹੇ ਉਹ ਅਜਾਮਲ ਸੀ ਤੇ ਚਾਹੇ ਪਿੰਗਲਾ, ਇਹ ਗਨਕਾ ਸੀ ਰਾਜਾ ਜਨਕ ਦੇ ਰਾਜ ਵਾਲੀ। ਚਾਹੇ ਉਹ ਲੁਬਤ ਸੀ ਭਾਵ ਬੱਧਕ ਸ਼ਿਕਾਰੀ ਸੀ, ਇਹ ਪਾਪ ਕਰਨ ਵਾਲੇ, ਚਾਹੇ ਉਹ ਪਾਪ ਕਰਮ ਦਾ ਫਲ ਉਸ ਇਨਸਾਨ ਨੂੰ ਹਾਥੀ ਦੀ ਜੂਨੇ ਪਾ ਕੇ ਦਿੱਤਾ ਗਿਆ, ਜਿਹਦੀ ਸਾਖੀ ਬਾਣੀ 'ਚ ਕਈ ਵਾਰ ਆਉਂਦੀ ਹੈ ਵੀ ਉਹ ਮਗਰਮੱਛ ਨੇ ਪਾਣੀ ਪੀਂਦੇ ਹੋਏ ਹਾਥੀ ਦਾ ਪੈਰ ਪਕੜ ਲਿਆ। ਹਾਥੀ ਨੂੰ ਮਾਣ ਬੜਾ ਹੈ, ਮੇਰੇ ਵਰਗੀ ਕਾਇਆ ਕਿਸੇ ਦੀ ਨਹੀਂ, ਜ਼ੋਰ ਲਾਉਂਦਾ ਹੈ ਪਰ ਮਗਰ ਦੀ ਪਕੜ ਐਸੀ ਹੈ ਉਸ ਨੂੰ ਧੂ ਕੇ ਪਾਣੀ ਵਿੱਚ ਲੈ ਜਾਂਦਾ ਹੈ। ਅਖੀਰ ਹਾਥੀ ਨੂੰ ਸਮਝ ਆਉਂਦੀ ਹੈ ਵੀ ਕੋਈ ਵੱਡਾ ਹੈ ਮੇਰੀ ਰਚਨਾ ਕਰਨ ਵਾਲਾ, ਕੋਈ ਜ਼ੋਰਾਵਰ ਹੈ ਮੇਰੇ ਤੋਂ। ਜਿੰਨਾ ਚਿਰ ਆਪਣੇ ਜ਼ੋਰ ਤੇ ਮਾਣ ਸੀ, ਮਹਿਸੂਸ ਹੋਇਆ ਵੀ ਅੱਜ ਇਹਦੀ ਖੁਰਾਕ ਮੈਂ ਹੀ ਹਾਂ। ਮਗਰਮੱਛ ਦੇ ਅੱਗੇ ਜ਼ੋਰ ਨਾ ਚੱਲਿਆ। ਜਦੋਂ ਅਕਾਲ ਪੁਰਖ ਦੀ ਯਾਦ ਆਈ ਤੇ ਉਹਦੀ ਐਸੀ ਬਖਸ਼ਿਸ਼ ਹੋਈ, ਉਹ ਜਿਹੜਾ ਮਗਰਮੱਛ ਸੀ ਉਹਨੇ ਆਪ ਹੀ ਮੂੰਹ ਖੋਲ ਦਿੱਤਾ ਤੇ ਹਾਥੀ ਜਾਨ ਛੁਡਾ ਕੇ ਦੌੜਿਆ। ਮਹਾਰਾਜ ਕਹਿੰਦੇ ਐਸਿਆਂ ਨੂੰ ਹਰੀ ਦੇ ਨਾਮ ਦੇ ਯਾਦ ਕੀਤਿਆਂ ਨਿਜਾਤ ਮਿਲ ਗਈ, ਮੁਕਤੀ ਮਿਲ ਗਈ। ਸੋ ਪਿੰਗਲਾ ਦਾ ਜ਼ਿਕਰ ਬਾਣੀ ਵਿੱਚ ਆਉਂਦਾ ਹੈ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ। ਐਸੇ ਦੁਰਮਤੀਏ ਵੀ ਤਰ ਗਏ। ਰਵਿਦਾਸ ਜੀ ਕਹਿੰਦੇ ਉਹ ਰੱਬ ਦਾ ਨਾਮ ਚੇਤਿਆ ਕਰ, ਤੂੰ ਕਿਉਂ ਨਹੀਂ ਤਰੇਂਗਾ। ਦੂਸਰੀ ਗਨਕਾ ਦਾ ਜਿਹੜਾ ਜ਼ਿਕਰ ਹੈ ਬਾਣੀ ਵਿੱਚ, ਉਹ ਸਾਖੀ ਬੜੀ ਪ੍ਰਚਲਿਤ ਤੁਸੀਂ ਸੁਣੀ ਹੈ। ਇੱਕ ਵੇਸਵਾ ਹੈ, ਉਹਦੇ ਦਰ ਤੇ ਸਾਧੂ ਆ ਗਿਆ। ਉਹ ਚਾਹੁੰਦੀ ਹੈ ਮੇਰਾ ਸੰਗ ਕਰੇ, ਤੇ ਸਾਧੂ ਅੱਗੋਂ ਜਵਾਬ ਦਿੰਦਾ ਹੈ ਸੰਗ ਤੇ ਮੈਂ ਕੇਵਲ ਅਕਾਲ ਪੁਰਖ ਦਾ ਹੀ ਕਰਦਾ ਹਾਂ, ਉਹਦੇ ਵਿੱਚ ਹੀ ਇਕਮਿਕ ਹੋ ਗਿਆ ਹਾਂ, ਉਹਦਾ ਹੀ ਮੈਂ ਸੰਗੀ ਹਾਂ, ਉਹੀ ਮੇਰੇ ਅੰਤਸ਼ਕਰਨ ਰੂਪੀ ਸੇਜਾ ਦੇ ਉੱਤੇ ਟਿਕਿਆ ਹੋਇਆ ਹੈ, ਹੋਰ ਕਿਸੇ ਦਾ ਮੈਂ ਸੰਗ ਸੇਜਾ ਤੇ ਨਹੀਂ ਕੀਤਾ। ਵੈਰਾਗ ਆਇਆ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ। ਊਤਮ ਸੰਗਤ ਊਤਮ ਹੋਵੇ, ਚੰਗਿਆਂ ਦੀ ਸੰਗਤ ਚੰਗੇ ਕਰ ਦਿੰਦੀ ਹੈ, ਚੋਰਾਂ ਦੀ ਸੰਗਤ ਚੋਰ ਬਣਾਉਂਦੀ ਹੈ। ਕਈ ਆਖਣਗੇ ਸਾਧਾਂ ਨੇ ਕੀ ਦੇਣਾ ਹੈ, ਸਾਧਾਂ ਨੇ ਧਰਮ ਦੇਣਾ ਹੈ, ਸਾਧੂਆਂ ਦੀ ਸੰਗਤ ਸਾਧ ਬਣਾ ਦਿੰਦੀ ਹੈ। ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਵੀ ਇਸ ਗਨਕਾ ਦਾ ਜ਼ਿਕਰ ਕੀਤਾ। ਸਾਧੂ ਨੂੰ ਕਹਿੰਦੀ ਉਪਦੇਸ਼ ਕਰੋ ਮੇਰੀ ਮੁਕਤੀ ਹੋਵੇ, ਕਹਿੰਦੇ ਇਹ ਤੋਤਾ ਰੱਖ ਲਾ, ਇਹਦੇ ਨਾਲ ਨਾਮ ਜਪਿਆ ਕਰ। ਤੇ ਉਹ ਨਾਮ ਜਪਣ ਲੱਗ ਪਈ, ਤੋਤੇ ਨੂੰ ਜਪਾਉਂਦੀ ਹੈ, ਲਗਨ ਲੱਗ ਗਈ ਤੇ ਉਹਦੀ ਮੁਕਤੀ ਹੋ ਗਈ ਸੀ। ਬਾਣੀ ਕਹਿੰਦੀ ਹੈ ਗਨਕਾ ਉਦਰੀ ਹਰ ਕਹਿ ਤੋਤ। ਗਨਕਾ ਤੋਤੇ ਨੂੰ ਹਰ ਹਰ ਪੜ੍ਹਾਉਂਦੀ, ਰਾਮ ਰਾਮ ਪੜ੍ਹਾਉਂਦੀ, ਰੱਬ ਰੱਬ ਕਰਵਾਉਂਦੀ ਦਾ ਉਧਾਰ ਹੋ ਗਿਆ ਸੀ, ਉਸ ਨੂੰ ਮੁਕਤੀ ਹਾਸਲ ਹੋ ਗਈ ਸੀ। ਗਨਕਾ ਵਾਸ ਦਾ ਪ੍ਰੋਸਟੀਟਿਊਟ, ਸਰੀਰ ਵੇਚਣ ਵਾਲੀ ਸੀ, ਬਟ ਸ਼ੀ ਵਾਸ ਸੇਵਡ। ਉਹਦਾ ਬਚਾਅ ਇਸ ਲਈ ਹੋਇਆ ਸੀ ਵੈਨ ਹਰ ਪੈਰਟ ਉਟਰ ਦਾ ਨੇਮ ਆਫ ਦਾ ਲਾਰਡ। ਉਹ ਜਦੋਂ ਤੋਤੇ ਨੇ ਹਰੀ ਕਿਹਾ, ਇਹ ਨਾਲ ਹਰੀ ਕਹਿੰਦੀ ਹੈ। ਇਸ ਨੇ ਰਾਮ ਕਿਹਾ, ਤੋਤਾ ਰਾਮ ਕਹਿੰਦਾ ਹੈ। ਉਹ ਇੱਕ ਦੂਜੇ ਦੀ ਸੰਗਤ ਵਿੱਚ ਰਾਮ ਰਾਮ ਹਰੀ ਹਰੀ ਜਪਦਿਆਂ ਨੂੰ ਨਿਜਾਤ ਮਿਲ ਗਈ। ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਆਚਾਣ ਚੱਕ।
ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੁਨ ਤੋਤਾ। ਕਹਿੰਦੇ ਉਹਦੀ ਦੁਰਮਤ ਤੇ ਉਹਦੇ ਡੁੱਬਦੇ ਹੋਏ ਜੀਵਨ ਤੇ ਤਰਸ ਆਇਆ, ਤੋਤਾ ਦੇ ਦਿੱਤਾ ਹੱਥੋਂ। ਹੁਣ ਸਾਧੂ ਤੇ ਤੋਤੇ ਨੂੰ ਰਾਮ ਨਾਮ ਹੀ ਜਪਾਉਣਗੇ ਨਾ, ਤੇ ਤੋਤੇ ਦਾ ਸੁਭਾਅ ਹੈ ਜੋ ਤੁਸੀਂ ਬੋਲੋਗੇ ਉਹ ਸਿੱਖ ਦਾ ਹੈ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੌਤਾ। ਸੌਤਾ ਦਾ ਭਾਵ ਹੁੰਦਾ ਹੈ ਉਹ ਵਪਾਰ ਜਿਹਦਾ 100 ਗੁਣਾ ਫਲ ਹੋਵੇ। ਤੇ ਰਾਮ ਦੇ ਨਾਮ ਨੂੰ ਜਪਿਆ ਮਹਾਰਾਜ ਕਹਿੰਦੇ ਨੇ 100 ਗੁਣਾ ਫਲ ਮਿਲਦਾ ਹੈ, ਹੋਰਾਂ ਕਰਮਾਂ ਨਾਲੋਂ, ਦਾਨ ਪੁੰਨ ਨਾਲੋਂ ਵੀ ਵੱਧ ਕੇ। ਕਹਿੰਦੇ ਰਾਮ ਨਾਮ ਦਾ ਉਪਦੇਸ਼ ਦਿੱਤਾ ਉਸ ਗਨਕਾ ਨੂੰ, ਉਹ ਤੋਤੇ ਨੂੰ ਪੜ੍ਹਾਉਂਦੀ ਹੈ, ਆਪ ਪੜ੍ਹਦੀ ਹੈ। ਲਿਵ ਲਾਗੀ ਤਿਸ ਤੋਤੇ ਉਹ, ਨਿਤ ਪੜ੍ਹਾਏ ਕਰੇ ਅਸੋਤਾ। ਲਿਵ ਲਾਗੀ ਪੜ੍ਹਦਿਆਂ ਪੜ੍ਹਦਿਆਂ, ਪੜ੍ਹਾਉਂਦਿਆਂ ਪੜ੍ਹਾਉਂਦਿਆਂ। ਅਸੋਤਾ ਦਾ ਭਾਵ ਹੈ ਜਾਗਣਾ, ਰਾਤ ਨੂੰ ਵੀ ਜਾਗਦੀ ਰਹਿੰਦੀ ਹੈ, ਉਹਦੇ ਨਾਲ ਨਾਮ ਜਪਦੀ ਰਹਿੰਦੀ ਹੈ। ਫਲ ਕੀ ਮਿਲਿਆ? ਇੱਕ ਦਿਨ ਕਹਿੰਦੇ ਨੇ ਅੰਤਲਾ ਸਮਾਂ ਆਇਆ, ਮੌਤ ਨੇ ਆਣ ਡੰਕਾ ਵਜਾਇਆ, ਤੇ ਜਦੋਂ ਮੌਤ ਦਾ ਡੰਕਾ ਵੱਜਿਆ ਤੇ ਮੂੰਹੋਂ ਰਾਮ ਦਾ ਨਾਮ ਨਿਕਲਿਆ, ਰਮੇ ਹੋਏ ਪਰਮੇਸ਼ਵਰ ਦਾ ਨਾਮ ਨਿਕਲਿਆ। ਪਤਤ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨਾ ਖਾਦ ਸੋ ਗੋਤਾ। ਕਹਿੰਦੇ ਰਾਮ ਦਾ ਨਾਮ ਉਚਾਰਿਆ, ਦੁਰਮਤਾਂ ਦੀ ਮੈਲ ਸੜ ਗਈ, ਪਾਪ ਧੋਤੇ ਗਏ। ਇਹ ਕਲੇਵਰ, ਕਲੇਵਰ ਦਾ ਭਾਵ ਹੁੰਦਾ ਹੈ ਸਿੱਖਾ, ਉਹਦੇ ਜਿੰਨੇ ਵੀ ਪਾਪ ਸਨ ਉਹਨਾਂ ਦੀ ਸਫਾਈ ਹੋ ਗਈ, ਉਹ ਪਾਪ ਧੋਤੇ ਗਏ। ਉਹਦਾ ਸਰੀਰ ਪਾਪਾਂ ਵੱਲੋਂ ਪਾਕ ਹੋ ਗਿਆ, ਉਹਦਾ ਅੰਤਸ਼ਕਰਨ ਪਾਪਾਂ ਵੱਲੋਂ ਪਾਕ ਹੋ ਗਿਆ। ਸਰੀਰ ਦੀ ਖੋਟੀ ਜਿਹੜੀ ਕਰਨੀ ਸੀ ਨਾ, ਉਹ ਮਿਟ ਗਈ। ਆਖਣ ਲੱਗੇ ਜਮਾਂ ਦੇ ਦੇਸ਼ ਜਾਣਾ ਸੀ, ਅੰਤ ਕਾਲ ਜਦੋਂ ਜਮ ਆਏ ਉਸ ਨੂੰ ਲੈਣ, ਉਹਦੇ ਗਲੂਏ 'ਚੋਂ ਰਾਮ ਦਾ ਨਾਮ ਸੁਣ ਕੇ ਨਰਕਾਂ ਦੇ ਗੋਤੇ ਤੋਂ ਬਚ ਗਈ, ਉਹਦਾ ਉਦਾਰ ਹੋ ਗਿਆ। ਗਈ ਬੈਕੁੰਠ ਬਿਬਾਨ ਚੜ, ਨਾਉ ਨਾਰਾਇਣ ਛੋਤ ਅਛੋਤਾ। ਕਹਿੰਦੇ ਫਿਰ ਬੈਕੁੰਠ ਨੂੰ ਗਈ ਹੈ, ਛੋਤ ਅਛੋਤਾ, ਪਾਪਾਂ ਤੋਂ ਰਹਿਤ ਹੋ ਕੇ ਗਈ ਹੈ। ਥਾਉ ਨਿਥਾਵੇਂ ਮਾਣ ਮਣੋਤਾ। ਕਹਿੰਦੇ ਨਿਥਾਵਿਆਂ ਦਾ ਥਾਮ ਹੈ ਰਾਮ ਦਾ ਨਾਮ, ਨਿਤਾਣਿਆਂ ਦਾ ਤਾਣ ਹੈ ਰਾਮ ਦਾ ਨਾਮ। ਜਿਨ੍ਹਾਂ ਦਾ ਕੋਈ ਨਾਮ ਨਹੀਂ ਲੈਂਦਾ ਉਹਨਾਂ ਦਾ ਜਸ ਰਾਮ ਦਾ ਨਾਮ ਉਚਾਰ ਕੇ ਹੁੰਦਾ ਹੈ। ਇਸੇ ਤਰ੍ਹਾਂ ਆਖਣ ਲੱਗੇ ਗਨਕਾ, ਜਿਸ ਨੂੰ ਲੋਕ ਬੁਰਾ ਕਹਿੰਦੇ ਸੀ ਵੀ ਇਹ ਖਸਮ ਵਾਲੀ ਨਹੀਂ ਹੈ, ਨਰਕਾਂ ਨੂੰ ਜਾਵੇਗੀ। ਜਾਣਾ ਤੇ ਪਾਤਸ਼ਾਹ ਕਹਿੰਦੇ ਨਰਕਾਂ ਨੂੰ ਹੀ ਸੀ, ਪਰ ਰਾਮ ਦੇ ਨਾਮ ਨੇ ਉਹਦਾ ਉਧਾਰ ਕਰ ਦਿੱਤਾ। ਐਸਾ ਨਾਮ ਦਾ ਪ੍ਰਤਾਪ ਹੈ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਸੂਆ ਪੜ੍ਹਾਵਤ ਗਨਿਕਾ ਤਰੀ। ਸੂਆ ਭਾਵ ਤੋਤੇ ਨੂੰ ਪੜ੍ਹਾਉਂਦੀ ਹੋਈ ਗਨਕਾ ਦਾ ਵੀ ਪਾਰ ਉਤਾਰਾ ਹੋ ਗਿਆ। ਸੋ ਹਰ ਨੈਨੋ ਕੀ ਪੁੱਤਰੀ। ਸੋ ਐਸੇ ਪਾਤਸ਼ਾਹ ਦੇ ਨਾਮ ਦੀ ਬਰਕਤ ਹੈ। ਚਾਹੇ ਉਹ ਅਜਾਮਲ ਸੀ, ਚਾਹੇ ਗਨਕਾ ਸੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗਤ ਪਾਈ। ਗਤ ਦਾ ਮਤਲਬ ਹੈ ਮੁਕਤੀ, ਨਜ਼ਾਤ। 84 ਲੱਖ ਜੂਨ ਤੋਂ, ਰੋਗਾਂ ਤੋਂ, ਸੋਗਾਂ ਤੋਂ ਗਤ ਪਾ ਲਈ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਹਉ ਹਰ ਗੁਣ ਗਾਵਾ, ਨਿਤ ਹਰ ਸੁਣੀ, ਹਰ ਹਰ ਗਤ ਕੀਨੀ। ਤੂੰ ਹਰੀ ਦੇ ਨਾਮ ਨੂੰ ਗਾ ਲੈ ਜਾਂ ਸੁਣ ਲੈ। ਕਹਿੰਦੇ ਤੇਰੀ ਗਤ ਹੋ ਜਾਵੇਗੀ। ਹਰ ਰਸ ਗੁਰ ਤੇ ਪਾਇਆ, ਮੇਰਾ ਮਨ ਤਨ ਲੀਨੀ। ਕਹਿੰਦੇ ਨਾਮ ਕਿੱਥੋਂ ਮਿਲੇ ਹਰੀ ਦਾ? ਗੁਰਾਂ ਕੋਲੋਂ ਮਿਲਦਾ ਹੈ। ਤੇ ਜਿਹੜਾ ਜਪੇਗਾ ਉਹਨੂੰ ਨਜ਼ਾਤ ਮਿਲੇਗੀ। ਤੀਸਰੀ ਉਦਾਹਰਣ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਨੇ ਅੱਗੇ ਵਿਸ਼ਰਾਮ ਦੇ ਕੇ, ਰਹਾਓ ਪੰਚਾਲੀ ਕਉ ਰਾਜ ਸਭਾ ਮਹਿ, ਰਾਮ ਨਾਮ ਸੁਧ ਆਈ। ਪੰਚਾਲੀ, ਪਾਂਚਾਲ, ਉੱਤਰੀ ਹਿੰਦ ਦੇ ਵਿੱਚ ਨਾ ਇੱਕ ਦੇਸ਼ ਸੀ, ਹਿਮਾਚਲ ਤੋਂ ਲੈ ਕੇ, ਹਿਮਾਲਿਆ ਤੋਂ ਲੈ ਕੇ ਚੰਬਲ ਤੱਕ। ਇਹਦਾ ਜਿਹੜਾ ਇਲਾਕਾ ਸੀ ਉਹ ਗਿਣੀਂਦਾ ਸੀ। ਗੰਗਾ ਇੱਥੋਂ ਹੀ ਵਗਦੀ ਸੀ।
क्योंकि नवीं सरकारां आउण दे नाल, हालात बदलण दे नाल, डिकटेटरशिप तो डैमोक्रेसी आउण दे नाल देशां दी रूपरेखा भी बदलदी रही है। हुण उस पांचाल देश का जिहड़ा राजा सी उहदी बच्ची नूं, द्रौपद दी लड़की नूं द्रौपदी कहिंदे सन, पंचाली भी कह दिंदे सन। पंचाल देश दे राजे दी लखती राजकुमारी। सो महाराज कहिंदे ने पंचाल पत द्रौपद दी जिहड़ी लड़की सी, राम दा नाम उसनूं समझ विच आ गया भी रखिया करन वाला है। राम दे नाम नूं वो जपदी है। इत्थे राम तो भाव है रमिया होया साधो, इहो तन मिथ्या जानो, या भीतर जो राम बसत है साचो ताहे पछानो। इत्थे रामचंद्र जी की गल नहीं है। कहते तन मिथ्या है तो तन विच जिहड़ी जोत है रमिया होया है उसनूं राम कहा है। वो सदीवी है। रामचंद्र जी महाराज एक युग विच होए ने, जिहड़ा राम विच भी रमिया है, जिहदी जोत रामचंद्र जी विच भी है, तुहाडे मेरे विच सबना दे विच। ठीक है, अवतारां कोल कला हुंदियां ने, करामाता हुंदियां ने, रिद्ध सिद्ध हुंदी है, अष्ट सिद्ध नवनिध एह करम प्राप्त जिस नाम देहे। पर इत्थे रमे होए राम दी गल है, सूर्यवंशी राम दी गल नहीं। ਉਹਦਾ ਜ਼ਿਕਰ भी बाणी ਵਿੱਚ ਆਉਂਦਾ है उस महापुरुष ਦਾ। राम गयो रावण गयो जाको बहो परिवार, कहो नानक थिर कश नहीं सुपने जो संसार। रामचंद्र जी का भी जिक्र आਉਂਦਾ है, पर इत्थे राम की गल है, रमे होए राम की। कहते पंचाली नूं सुध आई, राम दे नाम का चेता आया। सुध तो भाव है होश आ गई, ज्ञात होया भी राम का नाम ही रखिया करन वाला है। फिर फल की मिलिया आखण लगे, ताको दुख हरिओ करुणा मैं अपनी पैज बढ़ाई। हुण दुख की सी पंचाली नूं, द्रौपदी नूं? दुख का भाव तुसीं समझदे ही हो। सुख दे उल्ट जिहड़ी खेचल हुंदी है, सानूं तकलीफ हुंदी है, जिहड़े रोग सोग जीवन विच पैदा हुंदे ने, वो दुख उहदा हर लिया परमात्मा ने। हरिओ तो भाव है चुराया, मिटा दिता, खुरा खोज मिट गया दुख दा। किसने मिटाया? करुणामय। करुणामय का भाव है बहुती करुणा करन वाला। करुणा किरपा, किरपालू, दयावान, दयालू। जिवें भाई गुरदास जी ने कहा है ना, अंदर सभा दुशासन है, मत्ते वाल द्रौपदी आंदी। ये मथे वाल की है? कहते दुशासन ने ना, दुर्योधन, ये जिहड़ा परिवार है, जिहड़े कौरव ने, उन्होंने आ जिहड़ी बीबी द्रौपदी सी इहनूं वालां तो फड़ के धू के सभा विच लिआंदा। जुआ खेड रहे ने, चौपड़ खेड रहे ने पांडव ते कौरव, चाचे ताए दे ही पुत ने ना। ऐसी भैड़ी वादी सी इन्हां नूं जूए दी। वो शकुनी वर्गे, दुर्योधन वर्गे तेज तरार सन, शातर सन। वो बाजियां जितते गए, पांडव सब कुछ हारते गए, तो अपनी घर वाली दात ला दी ते घर वाली हार गए। हुण जदों हार गए ने, उन्हां अपनी अमानत समझ के कौरवां ने वालों धू के सभा विच ले आंदी। ते द्रौपदी ने एक दिन घर आए, दुर्योधन नूं मेहणा मारिया सी। उन्होंने किते ठेडा लगा, लम्मी साखी है, मैं थोड़ा जिक्र करा। वो डिग पैण लगा सी ते कहंदी फिर अन्ने दा काका अन्ना ही रहा ना। तो उहदे मन विच ये सूल चुभदा सी भी मैनू एक राजे नूं ये बोली मारी है इस औरत ने। वो बदला लैण लई धू के दुशासन उस औरत नूं भरे दरबार विच ले आउंदा है। दरबार विच लिया के कहंदा इहदी पत उतारी जाएगी, नंगेज किया जाएगा, कपड़े लाए जाणगे, क्योंकि इन्हें मेरे मान ते चोट कीती सी कर गया। गलती तो द्रौपदी भी सी, उन्हें भी गलती की सी, पर इत्थे ये दुर्योधन होनी भी गलत ने, जिहड़े एक औरत की पत उतारना चाहुंदे ने। दूतां नूं फरमाया नंगी करो पंचाली बांदी। पंचाल देश की इस लड़की नूं नंगिया करो, इहदे वस्त्र उतार दिओ। पंजो पांडो वेखदे औकट रुद्धि नार जिन्हां दी,
ਪਾਂਡੋ ਵੇਖ ਰਹੇ ਨੇ ਪਰ ਹਾਰ ਚੁੱਕੇ ਨੇ, ਅਮਾਨਤੇ ਕੌਰਵਾਂ ਦੀ ਹੋ ਚੁੱਕੀ ਹੈ, ਉਹ ਜਿੱਤ ਚੁੱਕੇ ਨੇ, ਇਹ ਕੁਝ ਕਰ ਨਹੀਂ ਸਕਦੇ। ਪਾਂਡੋ ਵੇਖਦੇ ਨੇ ਔਖੀ ਘੜੀ ਵਿੱਚ ਇਹਨਾਂ ਦੀ ਔਰਤ ਫਸੀ ਹੋਈ ਹੈ, ਕਰ ਕੁਝ ਨਹੀਂ ਸਕਦੇ। ਕਹਿੰਦੇ ਅੱਖੀਂ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਬਿਲਾਂਦੀ। ਬਿਲਾਉਂਦੀ ਹੋਈ ਨੇ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕੀਤਾ, ਅਕਾਲ ਪੁਰਖ ਨੂੰ ਯਾਦ ਕੀਤਾ, ਔਰ ਅਕਾਲ ਪੁਰਖ ਦੇ ਭੇਜੇ ਹੋਏ ਅਵਤਾਰੀ ਪੁਰਸ਼ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਵੀ ਤੂੰ ਹੁਣ ਰੱਖਿਆ ਕਰ। ਉਧਰ ਸਭਾ ਦੇ ਵਿੱਚ ਉਹ ਪਾਪੀ ਉਹਦੇ ਵਸਤਰ ਉਤਾਰਦੇ ਨੇ, ਜਿਵੇਂ ਜਿਵੇਂ ਵਸਤਰ ਉਹਦੇ ਖਿੱਚਦੇ ਨੇ, ਇੱਕ ਕੌਤਕ ਵਰਤਦਾ ਹੈ, ਕੱਪੜ ਕੋਟ ਉਸਾਰੇ ਉਹਨਾਂ, ਥੱਕੇ ਦੂਤ ਨਾ ਪਾਰ ਵਸਾਂਦੀ। ਐਸਾ ਕੌਤਕ ਅਕਾਲ ਪੁਰਖ ਦੀ ਰਜ਼ਾ ਵਿੱਚ ਵਰਤਿਆ। ਦੂਤਾਂ ਨੇ ਕੱਪੜੇ ਲਾਏ, ਉਹ ਕੱਪੜੇ ਉਤਾਰਦੇ ਨੇ, ਵਸਤਰ ਉਤਾਰਦੇ ਨੇ, ਥਾਣਾ ਦੇ ਥਾਣ ਸਰੀਰ ਤੋਂ ਉਤਰਦੇ ਜਾ ਰਹੇ ਨੇ। ਅਖੀਰ ਥੱਕ ਗਏ ਵੀ ਵਸਤਰ ਤੇ ਮੁੱਕਣ ਵਿੱਚ ਹੀ ਨਹੀਂ ਆ ਰਹੇ। ਇਉਂ ਲੱਗਦਾ ਹੈ ਜਿਵੇਂ ਕੋਟ ਕਿਲਾ ਬਣ ਗਿਆ ਹੋਵੇ ਵਸਤਰਾਂ ਦਾ, ਇਹਨੇ ਵਸਤਰ ਕਹਿੰਦੇ ਲੈ ਗਏ ਨੇ। ਹੁਣ ਅਖੀਰ ਥੱਕ ਗਏ, ਵਸਤਰ ਉਤਰ ਨਹੀਂ ਰਹੇ, ਹੱਥ ਮਰੋੜਨ ਸਿਰ ਧੁਣਨ, ਪਛੋਤਾਨ ਕਰਨ ਜਾਹੇ ਜਾਂਦੀ। ਵਾਲ ਪੁੱਟਦੇ ਨੇ ਆਪਣੇ ਗੁੱਸੇ ਵਿੱਚ ਵੀ ਇਹ ਹੋ ਕੀ ਰਿਹਾ ਹੈ। ਉਹ ਨੰਗੇਜ਼ ਕਰਨਾ ਚਾਹੁੰਦੇ ਨੇ, ਈਗੋ ਹਰਟ ਹੋ ਰਹੀ ਹੈ ਉਹਨਾਂ ਦੀ, ਚੋਟ ਲੱਗ ਰਹੀ ਹੈ ਹੰਕਾਰ ਤੇ ਵੀ ਇਹ ਨੰਗੇਜ਼ ਨਹੀਂ ਹੋ ਰਹੀ। ਅਫਸੋਸ ਦੇ ਨਾਲ ਸਿਰ ਧੁਣਦੇ ਨੇ, ਅਫਸੋਸ ਕਰਦੇ ਹੋਏ ਅੰਤ ਨੂੰ ਅੱਕ ਕੇ ਛੱਡ ਦਿੰਦੇ ਨੇ ਵੀ ਇਹਨੂੰ ਛੱਡ ਦਿਓ। ਘਰ ਮੁੜਦੀ ਹੈ, ਘਰ ਆਈ, ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ। ਕ੍ਰਿਸ਼ਨ ਜੀ ਮਿਲੇ ਨੇ ਤੇ ਪੁੱਛਦੇ ਨੇ ਅੱਜ ਕਿਹੜੇ ਖਸਮ ਨੇ ਰੱਖਿਆ ਕੀਤੀ ਹੈ, ਆਹ ਤੇ ਰੱਖ ਨਹੀਂ ਸਕੇ। ਤੇ ਸ਼ਰਮ ਦੀ ਮਾਰੀ ਆਖਣ ਲੱਗੀ, ਹੇ ਕ੍ਰਿਸ਼ਨ ਦੇਵ, ਅੱਜ ਉਸ ਵਾਹਿਗੁਰੂ ਨੇ ਪਰਮੇਸ਼ਵਰ ਨੇ ਰੱਖਿਆ ਕੀਤੀ ਹੈ, ਅੱਜ ਤੁਹਾਡੀ ਕਿਰਪਾ ਹੋਈ ਹੈ। ਉਹ ਵੀ ਰੱਬ ਦੇ ਭੇਜੇ ਅਵਤਾਰ ਸਨ, ਸਮੇਂ ਦੇ ਮਹਾਂਪੁਰਸ਼ ਸਨ। ਸੋ ਅੱਜ ਤੁਸੀਂ ਕਹਿੰਦੀ ਰੱਖ ਲਿਆ ਹੈ। ਨਾਥ ਅਨਾਥਾਂ ਬਾਣ ਧੁਰਾਂਦੀ, ਧੁਰੋਂ ਹੀ ਉਹਦੀ ਮਰਿਆਦਾ ਕਾਇਮ ਕੀਤੀ ਹੋਈ ਹੈ। ਉਹ ਨਾਥਾਂ ਦਾ ਨਾਥ ਹੈ, ਸਵਾਮੀਆਂ ਦਾ ਸਵਾਮੀ ਹੈ, ਤੇ ਅਨਾਥ ਜਿਨ੍ਹਾਂ ਦਾ ਕੋਈ ਸਵਾਮੀ ਨਹੀਂ ਉਹਨਾਂ ਦਾ ਵੀ ਸਵਾਮੀ ਹੈ। ਧੁਰ ਦਰਗਾਹੋਂ ਉਹਦਾ ਸੁਭਾਅ ਹੈ, ਉਹਦੇ ਭੇਜੇ ਅਵਤਾਰਾਂ ਦਾ ਵੀ ਸੁਭਾਅ ਹੈ, ਲੋੜਵੰਦਾਂ ਦੀ ਰੱਖਿਆ ਕਰਦੇ ਨੇ। ਜਿਵੇਂ ਬਾਣੀ ਚਾਹੁੰਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਰਾਮ ਕਰ ਕਿਰਪਾ ਲੇਹੋ ਉਭਾਰੇ, ਜਿਉ ਪਕਰ ਦਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ। ਹੇ ਪਰਮਾਤਮਾ ਸਾਡੀ ਇੱਜ਼ਤ ਵੀ ਰੱਖ, ਵਿਕਾਰਾਂ ਵਿੱਚ ਜੋ ਲਹਿ ਰਹੀ ਹੈ, ਜੋ ਵਿਕਾਰਾਂ ਵਿੱਚ ਮਿਟ ਰਹੀ ਹੈ, ਸਾਡੇ ਤੇ ਵੀ ਕਿਰਪਾ ਕਰ। ਸਾਨੂੰ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੰਗਿਆਂ ਕਰ ਰਹੇ ਨੇ, ਜਿੱਦਾਂ ਦੁਸ਼ਟਾਂ ਪਾਸੋਂ ਦਰੋਪਦੀ ਨੂੰ ਪੰਚਾਲੀ ਨੂੰ ਰੱਖਿਆ ਹੈ। ਵੇਖੋ ਧੱਕੇ ਨਾਲ ਵਸਤਰ ਲਾਹ ਰਹੇ ਨੇ ਤੇ ਬੀਬੀ ਅਕਾਲ ਪੁਰਖ ਅੱਗੇ ਤਰਲੇ ਲੈਂਦੀ ਹੈ ਵੀ ਲੈਣ ਨਾ ਦਵੀਂ, ਮੇਰੀ ਪੱਤ ਰੱਖ ਲਈ, ਮੇਰਾ ਦਾਮਨ ਪਾਕ ਰਵੇ। ਤੇ ਅੱਜ ਕੀ ਵੇਖਦੇ ਆ ਸਮਾਜ ਵਿੱਚ, ਨੰਗੇਜ਼ ਕਿੰਨਾ ਹੈ, ਗੰਦੇ ਮੰਦੇ ਕੱਪੜੇ ਪਾ ਕੇ ਲੜਕੀਆਂ ਲੜਕੇ ਤੁਰੇ ਫਿਰਦੇ ਨੇ। ਔਰ ਕਈ ਵਾਰ ਇਹ ਵੀ ਸੁਰਤ ਵਿੱਚ ਨਹੀਂ ਰਹਿੰਦਾ ਵੀ ਗੁਰੂ ਦੇ ਘਰ ਆਪਣੇ ਬਾਪੂ ਦੇ ਸਨਮੁਖ ਆਉਣ ਲੱਗੇ ਹੋ, ਇੱਥੇ ਤੇ ਵਸਤਰ ਚੰਗੇ ਪਾ ਲਵੋ, ਇੱਥੇ ਵੀ ਨੰਗੇਜ਼ ਕੱਪੜੇ ਐਸੇ ਪਹਿਨਦੇ ਨੇ। ਉਹ ਇੱਕ ਸ਼ਾਇਰ ਨੇ ਬੜਾ ਵਧੀਆ ਬੋਲ ਕਿਹਾ, ਉਹ ਕਹਿੰਦਾ, ਸਾਫ दामन का दौर तो कब का खत्म हुआ साहिब, अब तो लोग अपने धब्बों पे भी गरूर करने लगे हैं। नंगेज ते ही बाण करते हैं अजकल भी मॉडर्न हो गए असी। रब दा वास्ता जे चंगे वस्त्र पहनो जिन्ना करके विकार पैदा ना होण। और मैं नहीं कहता, गुरु ग्रंथ साहब कहते ने कपड़ भोग विकार ए हब्बे ही शार खाक लोड़ेंदा तन खे जो रते दीदार। कहते भड़कीले बस्तर पाउना है आप ते खाक विच मिलेगा ही। इस गल का ख्याल रखीए, भोग भोग दा विकारां विच डुबिया होया तू नरकां दी खाक भी छाणेगा, क्योंकि गंदे मंदे वस्त्र मन नूं विकारी करते ने। विकारी होया मन संग करदा है गैरां दा।
ਤੇ ਉਹ ਫਿਰ ਨਰਕਾਂ ਦਾ ਭਾਗੀਦਾਰ ਬਣਦਾ ਹੈ। ਮਹਾਰਾਜ ਕਹਿੰਦੇ ਉਹਦੇ ਚਰਨਾਂ ਦੀ ਖਾਕ ਹੋਵਾਂ ਜਿਨ੍ਹਾਂ ਨੂੰ ਚਸਕਾ ਅਕਾਲ ਪੁਰਖ ਦੇ ਨਾਮ ਦਾ ਹੈ, ਇਹ ਵਿਕਾਰੀ ਵਸਤਰ ਪਾਉਣ ਦਾ ਨਹੀਂ, ਭੈੜੇ ਵਸਤਰ ਪਾਉਣ ਦਾ ਨਹੀਂ। ਖੈਰ ਬਾਣੀ ਕਹਿੰਦੀ ਹੈ, ਸਿਮਰਨ ਦਰੋਪਦ ਸੁਤ ਉਦਰੀ, ਪ੍ਰਣਵੈ ਨਾਮਾ ਐਸੋ ਹਰੀ, ਜਾਸ ਜਪਤ ਭੈ ਅਪਦਾ ਟਰੀ। ਅਕਾਲ ਪੁਰਖ ਨੂੰ ਯਾਦ ਕਰੋਗੇ ਤੇ ਇਦਾਂ ਅਪਦਾ ਟਲ ਜਾਵੇਗੀ ਜਿਵੇਂ ਦ੍ਰੋਪਦੀ ਦੇ ਉੱਤੋਂ ਅਪਦਾ ਟਲੀ ਹੈ, ਜਿਵੇਂ ਅਜਾਮਲ ਦੀ ਅਪਦਾ ਟਲੀ ਹੈ, ਗਨਕਾ ਦੀ ਅਪਦਾ ਟਲੀ ਹੈ। ਆਪਣੇ ਸੇਵਕ ਕੀ ਪੈਜ ਰੱਖੀਆ, ਦੋਏ ਕਰ ਮਸਤਕ ਧਾਰ ਜਿਓ। ਅਕਾਲ ਪੁਰਖ ਪਿਆਰਿਆਂ ਦੀ ਪੈਜ ਰੱਖਦਾ ਹੈ, ਜਿਵੇਂ ਪੰਚਾਲੀ ਦੀ ਪੈਜ ਰੱਖੀ, ਪੰਚਾਲੀ ਦੀ ਇੱਜ਼ਤ ਰੱਖੀ, ਪ੍ਰਤਿਸ਼ਠਾ ਮਾਣ ਨੂੰ ਵਧਾਉਣਾ ਕੀਤਾ। ਅੱਗੇ ਪਾਤਸ਼ਾਹ ਕਹਿੰਦੇ ਨੇ, ਜਿਹੇ ਨਰ ਜਸ ਕਿਰਪਾ ਨਿਧ ਗਾਇਓ, ਤਾਕੋ ਭਇਓ ਸਹਾਈ। ਕੋਈ ਵੀ ਨਰ ਹੈ, ਪੁਰਸ਼ ਹੈ, ਮਨੁੱਖ ਹੈ, ਦੇਵਤਿਆਂ ਦੀ ਖਾਸ ਜਾਤੀ ਨੂੰ ਵੀ ਨਰ ਕਹਿੰਦੇ ਨੇ, ਜਿਸਨੇ ਵੀ ਅਕਾਲ ਪੁਰਖ ਦੀ ਨੇਕ ਨਾਮੀ ਜਸ ਵਡਿਆਈ ਗਾਉਣਾ ਕੀਤੀ ਹੈ, ਉਹ ਅਕਾਲ ਪੁਰਖ ਕੌਣ ਹੈ ਜੀ? ਕਿਰਪਾ ਨਿਧ, ਕਿਰਪਾ ਦਾ ਖਜ਼ਾਨਾ ਹੈ। ਜਿਹੜਾ ਵੀ ਉਹਦੇ ਗੁਣ ਗਾਵੇਗਾ, ਕਹਿੰਦੇ ਉਹਦੀ ਸਹਾਇਤਾ ਮਦਦ ਕਰਨ ਵਾਲਾ ਸਹਾਇਕ ਪਰਮਾਤਮਾ ਹੁੰਦਾ ਹੈ। ਜਿਸ ਕੋ ਤੂੰ ਪ੍ਰਭ ਭਇਆ ਸਹਾਈ, ਤਿਸ ਤਤੀ ਵਾਓ ਨਾ ਲੱਗੈ। ਕਾਈ ਉਹਨੂੰ ਤਤੀ ਵਾਹ ਨਹੀਂ ਲੱਗਦੀ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਕਹੋ ਨਾਨਕ ਮੈਂ ਇਹੀ ਭਰੋਸਾ, ਗਹੀ ਆਨ ਸਰਨਾਈ। ਪਾਤਸ਼ਾਹ ਕਹਿੰਦੇ, ਜਦੋਂ ਮੈਂ ਵੇਖਿਆ ਅਜਾਮਲ ਪਾਪੀ ਤੇਰੇ ਨਾਮ ਕਰਕੇ ਤਰ ਗਿਆ, ਗਨਕਾ ਤਰ ਗਈ, ਪੰਚਾਲੀ ਦੀ ਤੂੰ ਪੱਤ ਰੱਖ ਲਈ, ਤੇ ਮੈਂ ਇਹੀ ਸਭਨਾਂ ਨੂੰ ਉਦੇਸ਼ ਕਰਦਾ ਹਾਂ, ਅਕਾਲ ਪੁਰਖ ਦੇ ਨਾਮ ਦਾ ਭਾਈ ਸਾਰੇ ਭਰੋਸਾ ਰੱਖੋ। ਔਰ ਉਹਦੇ ਤੇ ਭਰੋਸਾ ਕਰਕੇ ਭਦਰਸ਼ੈ, ਭਰੋਸੇ ਦਾ ਭਾਵ ਹੈ ਸ਼ੁਭ ਆਸ਼ਾ, ਸ਼ੁਭ ਵਿਸ਼ਵਾਸ, ਪੱਕਾ ਵਿਸ਼ਵਾਸ, ਇਤਬਾਰ, ਨਿਹਚਾ, ਯਕੀਨ ਕਰ ਪਰਮਾਤਮਾ ਤੇ, ਉਹਦੀ ਸ਼ਰਨ ਵਿੱਚ ਆ ਜਾ, ਪਕੜ ਲਾ ਉਹਦੇ ਚਰਨਾਂ ਨੂੰ। ਕਹਿੰਦੇ ਤੈਨੂੰ ਹਰ ਰੋਗ ਸੋਗ ਵਿੱਚੋਂ ਰੱਖ ਲਵੇਗਾ, ਕਿਉਂਕਿ ਉਹਦਾ ਇਹ ਬਿਰਧ ਹੈ। ਜਿਹੜਾ ਉਹਦੀ ਸ਼ਰਨ ਆਉਂਦਾ ਹੈ, ਪਾਰ ਬ੍ਰਹਮ ਤੇਰੀ ਸਰਨਾਏ, ਬੰਧਨ ਕਾਟ ਤਰੈ ਹਰਨਾਏ। ਜਿਹੜਾ ਤੇਰੀ ਸ਼ਰਨ ਆ ਗਿਆ ਖੁਦਾਇਆ, ਉਹਦੇ ਰੋਗ ਸੋਗ ਵਿਕਾਰ ਸਾਰੇ ਹੀ ਬੰਧਨ ਤੂੰ ਕੱਟ ਦਿੱਤੇ ਨੇ। ਤੇਰਾ ਨਾਮ ਐਸਾ ਸਹਾਇਕ ਹੈ, ਪਾਪਾਂ ਨੂੰ ਮਿਟਾਉਣ ਵਾਲਾ, ਨਜ਼ਾਤ ਦਿਵਾਉਣ ਵਾਲਾ, ਰੋਗਾਂ ਸੋਗਾਂ ਨੂੰ ਖਤਮ ਕਰਨ ਵਾਲਾ ਉਹਦਾ ਨਾਮ ਹੈ। ਐਸਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਡੇ ਲਈ ਉਪਦੇਸ਼ ਹੈ। ਜਿਹੜਾ ਵੀ ਉਹਨਾਂ ਦੀ ਪਾਕ ਬਾਣੀ ਨੂੰ, ਖੁਦਾਇਆ ਨੂੰ, ਗੁਰਾਂ ਨੂੰ ਧਿਆਵੇਗਾ, ਉਹਦੇ ਦੁੱਖ ਮਿਟਣਗੇ, ਉਹਦੇ ਘਰ ਨਿੱਧੀਆਂ ਰਿੱਧੀਆਂ ਸਿੱਧੀਆਂ ਆ ਜਾਣਗੀਆਂ। ਗੁਰੂ ਦਾਤਾਰ ਹੈ, ਝੋਲੀਆਂ ਭਰਨ ਵਾਲਾ ਹੈ। ਔਰ ਐਸਾ ਦਾਤਾ ਗੁਰੂ ਤੇਗ ਬਹਾਦਰ ਸਾਹਿਬ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦਿਆਂ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਜਿਹਦੇ ਚਰਨਾਂ ਵਿੱਚ ਤੁਸੀਂ ਸੁਭਾਏਮਾਨ ਹੋ। 2 ਦਿਨ ਆਪ ਸੰਗਤ ਦੇ ਚਰਨ ਪਰਸਦਿਆਂ, ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸੰਗਤ ਦਾ ਧੰਨਵਾਦ। ਗੁਰੂ ਕੇ ਹਜ਼ੂਰੀ ਵਜ਼ੀਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਦਾ ਧੰਨਵਾਦ। ਦਾਸ ਰੋਜ਼ ਵੇਖਦਾ ਹੈ ਸੰਗਤ ਨੂੰ ਪ੍ਰੇਰ ਕਰਕੇ ਬੇਅੰਤ ਸੇਵਾਵਾਂ ਇੱਥੇ ਆਪ ਸੰਗਤਾਂ ਕੋਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਵਾ ਰਹੇ ਨੇ। ਚਾਹੇ ਲੰਗਰ ਹਾਲ ਹੈ, ਬੜਾ ਸੁੰਦਰ ਬਣਿਆ, ਇਹਨਾਂ ਉਪਰਾਲਾ ਕੀਤਾ ਹੈ। ਇਸੇ ਤਰ੍ਹਾਂ ਹੀ ਇਹ ਪਾਕ ਜੋ ਅਸਥਾਨ ਹੈ, ਇਹਦਾ ਵੀ ਸੁੰਦਰੀਕਰਨ ਕੀਤਾ ਗਿਆ ਹੈ। ਵੱਧ ਚੜ੍ਹ ਕੇ ਆਪ ਸੰਗਤਾਂ ਸੇਵਾ ਕਰਦੇ ਰਹੋ, ਸੇਵਾ ਵਿੱਚ ਹਿੱਸੇ ਪਾਓ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਹੈ, ਜਿਹੜੇ 9ਵੇਂ ਪਾਤਸ਼ਾਹ ਦੀ ਬਾਣੀ ਦਾ ਉਪਰਾਲਾ ਕਰ ਰਹੇ ਨੇ। ਵੱਖ-ਵੱਖ ਗਿਆਨੀ ਸਿੰਘਾਂ ਨੂੰ ਬੁਲਾ ਕੇ ਆਪ ਸੰਗਤ ਦੇ ਸਨਮੁਖ ਇਸ ਬਾਣੀ ਦੀ ਵਿਚਾਰ ਕਰਵਾ ਰਹੇ ਨੇ। ਮੀਡੀਏ ਵਾਲੇ ਵੀਰਾਂ ਦਾ, PTC ਸਿਮਰਨ ਦਾ ਵੀ ਧੰਨਵਾਦ ਹੈ। ਦੇਸ਼ਾਂ ਦਸ਼ਾਂਤਰਾਂ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇਹ ਲਾਈਵ ਕਵਰੇਜ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਅਜੀਮ ਸ਼ਖਸੀਅਤ, ਪੰਥ ਪ੍ਰਸਿੱਧ ਵਿਦਵਾਨ, ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ,
ਸੰਪਰਦਾਇ ਬਾਬਾ ਬਿਧੀ ਚੰਦ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਜਦ ਪੜ੍ਹਦਾ ਤੇ ਹੈਰਾਨ ਹੋ ਜਾਂਦਾ ਵੀ ਕਹਿੰਦੇ ਨੇ ਨਾ, ਕੋਈ ਬਾਪ ਪਿਤਾ ਕਹਿੰਦਾ ਹੈ ਜੇ ਉਹਦਾ ਬੱਚਾ ਕੋਈ ਵੱਡੀ ਕਾਮਯਾਬੀ ਲੈ ਲਵੇ ਤੇ ਉਹ ਕਹਿੰਦਾ ਵੀ ਮੇਰਾ ਸੀਨਾ ਚੌੜਾ ਹੋ ਗਿਆ, ਮੇਰੀ ਛਾਤੀ ਚੌੜੀ ਹੋ ਗਈ, ਪਰ ਕਿਸੇ ਨੇ ਇਹ ਨਹੀਂ ਕਿਹਾ ਹੋਵੇਗਾ ਕਿ ਤੂੰ ਮੇਰਾ ਸੀਨਾ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਵਰਗੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ 4 ਜੰਗਾਂ ਲੜ ਕੇ ਤੇ ਜ਼ੁਲਮ ਤੇ ਜ਼ਾਲਮ ਦਾ ਮੂੰਹ ਮੋੜ ਦਿੱਤਾ, 4 ਜੰਗਾਂ ਜਿੱਤ ਲਈਆਂ ਸ਼ਾਹਜਹਾਨ ਬਾਦਸ਼ਾਹ ਤੋਂ, ਤੇ ਕਿਤਨੇ ਸੂਰਬੀਰ ਸਨ। ਤੇ ਬਿਧੀ ਚੰਦ ਵਿੱਚ ਕੀ ਵੇਖਿਆ ਕਿ ਕਹਿ ਦਿੱਤਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬੜੀ ਵੱਡੀ ਕਿਰਪਾ ਹੈ।